ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਮਿਲਾਇ ਦੇਖਤ ਦਰਸ਼ ਪਾਪ ਸਭ ਨਾਸੈ ਪਵਿੱਤਰ ਪਰਮ ਪਦ ਪਾਏ। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਆਦਿ ਸਚ ਜੁਗਾਦ ਸਚ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਿਨਾਮ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਸਚ ਇਕ ਓੰਕਾਰ ਸਤਨਾਮ ਕਰਤਾ ਨਿਰਭਉ ਨਿਰਵੈਰ ਅਕਾਲ ਅਯੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਪੀ ਵੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਵੈਰੀ ਅਕਾਲ ਮੂਰਤਿ ਅਜੂਨੀ ਗੁਰ ਪ੍ਰਸਾਦ ਜਪ ਆਦਿ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਸੈਭੰ ਗੁਰ ਪ੍ਰਸਾਦ ਜਪ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਏਕ ਓੰਕਾਰ
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕੋ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਥਰੀ ਮੁਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਨੂੰ ਵਡਿਆਈ ਦਿੱਤੀ ਹੈ। ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵੰਦੜਾ ਮੋਇਓ। ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤੇ ਜਿਉਂਦਾ ਹੀ ਮਰਿਆ ਹੋਇਆ ਹੈ। ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ।
ये मर्यादा है अपनी कि सब ने भाई रहन सवाई कीर्तन च बैठना है। अपना आप ही ना संभाल लिया करो, सब नूं लिया करो। उड़ के जिन्नियां माइयां उन्होंने कीर्तन च बिठाओ, किसी ने लंगर च नहीं लगना। पहलों भाई तुसी पुलिस वाले की ड्यूटी भी सब नूं बिठाया करो। वेखो जड़े नहीं आए पहले उन्होंने बिठाओ, फिर आप आओ। ताड़ी ड्यूटी इनकी थानेदार की भी। चौथे को दिन आन के आग्या मंगली जान की सेवा तो कर। सब नूं कीर्तन च बिठाओ। भावें किहो जिहा समा होवे, झक्खड़ झांगी मींह बरसे, पी गुर देखण जाई। समंद सागर होवे बहु खारा, गुर सिख लंघ गुरु पै जाई। समा किहो जिहा भी होवे, अमृत वेले उठ के इशनान करके आपदा नेम पूरा करना है। शाम नूं सोधर वेले जेड़ा भी पाठ पूजा सिमरन करन दा समां है, वो किसी भी कीमत ते जान नहीं देना। गुरु साहब दा हुक्म है, भावें सिर ते मौत पई कूखदी होवे, फिर भी आपदा नेम करना जरूरी है। ऐसा समा आया कि आनंदपुर का किला खाली करना पे। गुरु गोबिंद सिंह महाराज जी हुण सारियां नूं आपो अपनी पई हुई। जदों महाराज ने वेला करना सी किला, ते मीं भी उस दिन कहे कि मैं ही हाँ। जिहड़ी सरसा नदी है उनका पानी चढ़ गया। बरसात वेख के विछाया करो, बट बुट कढ़िया करो, एवें विंगी टड्डी विछाई नहीं करी दी होंदी। अगों भी गुरु साहब के रमाले भी वधिया करके लाया करो। ये आप पता ही नहाउंदा धोंदा कि नहीं, गुरु साहब की सेवा करता है। गुरु साहब के बस्तर पूरे सजाई दे। महाराज का हुक्म है, समा किन्ना भी औखा है, किहो जिहा भी है। नाम अमृत वेला जरूर संभालना है। अमृत वेले नाम जरूरी जपना है। दुख विच तकलीफ विच जिहो जिहा तेरा शरीर है उहो जिहा ही उठ के बैठ जा। बहुत ही ज्यादा मुश्किल है, कहते शरीर ते गिला कपड़ा फेर ला, इशनान जरूर कर। जे पूरा नहीं कर सकता तो गिला बस्तर ही शरीर ते मारना, ते उठ के इशनान करके नाम जपना। कहते किन्नी मुश्किल च हस्पताल च भी है, उत्थे भी डॉक्टर इशनान करवा देंदे आ। आपदा अमृत वेला संभालो।
ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਯੋਗਾ। ਕਰੋੜਾਂ ਬਿਗਨ ਦੂਰ ਹੋ ਜਾਣਗੇ, ਘਰੋਂ ਬੇਘਰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਾ ਪਰਿਵਾਰ, ਕਿੰਨੀ ਔਖੀ ਰਾਤ ਹੋਏਗੀ। ਦੁਸ਼ਮਣ ਨੂੰ ਪਤਾ ਲੱਗ ਗਿਆ, ਉਹਨਾਂ ਨੇ ਪਿੱਛਾ ਕਰ ਲਿਆ ਵੀ ਇਹਨਾਂ ਕੋਲ ਜੋ ਕੁਝ ਹੈ ਸੋ ਖੋਲੋ, ਜੋ ਵੀ ਹੈਗਾ ਇਹਨਾਂ ਕੋਲੋਂ ਖੋਲੋ। ਖਤਮ ਕਰ ਦਿਓ। ਗੁਰੂ ਸਾਹਿਬ ਨੇ ਰਾਖਾ ਪਰਮੇਸ਼ਰ ਨੂੰ ਮੰਨਿਆ ਹੈ ਕਿ ਤੂੰ ਹੀ ਮੇਰੇ ਅੰਗ ਸੰਗੇ, ਤੂੰ ਹੀ ਮੇਰਾ ਰਾਖਾ ਹੈ। ਸਭਨੀ ਥਾਈ ਤਾਂ ਭੋ ਕੇ ਔਕਾੜਾ ਜੀਓ, ਤੂੰ ਮੇਰਾ ਪਿਤਾ। ਦੁੱਖੇ ਤਕਲੀਫੇ आख्या तू मेरा पिता है, तू ही मेरा माता, तू मेरा बंधप, तू मेरा भ्राता, तू ही मेरा राखा है सबना थावां ते। फिर मैनू काहदा डर है। इधर दुश्मन पूरा चढ़िया है सिर ते, उधर बरसात का जोर ही, नदी भी पूरी चढ़ी हुई। महाराज ने उत्थे पड़ाह किया। हुण रात घर छड्डिया है, आनंदपुर छड्डिया है ते अमृत वेला हो गया। अज सारिआं नूं एक हुण गुरु साहब तां उत्थे भी रोज अमृत वेला करते सी। रोज अमृत वेले किले दे विच पूरी मुश्किल दे विच अमृत वेला करते आ, नाम जपदे ते जपाउंदे आ सिख। हर समय बाणी पढ़ते ते पढ़ाउंदे आ। कहंदे ने ठीक है, सुख विच दुख विच तैनूं रब दी लोड़ बहुत है। हुण तैनूं ज़्यादा जपना चाहिए। मुश्किल बनी है तो ज़्यादा जप, ज़्यादा बाणी पढ़, ज़्यादा गुरु नूं चेते कर कि गुरु साहब जी मेरे सहाई हो। जप लो एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। जप आद सच जुगाद है भी सच, नानक होसी भी सच। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। जप आद सच जुगाद सच है भी सच, नानक होसी भी सच। एक ओंकार सतनाम करता पुरख निर्भौ बहु निर्वैर अकाल मूरत अजूनी सैभं गुर प्रसाद। जप आद सच जुगाद सच है भी सच, नानक होसी भी सच। आप जपाए जपे सो नाओ, आप गवाए सो हर गुण गाओ। वैगुरु परमात्मा जपावे ते आपां जपीए ना। वो साडे तो गवाए परमात्मा दे गुण ते आपां गाईए। माला फेरीए, सुखमनी दे पाठ करिए, जपजी साहिब दे पाठ करिए।
ਤੇ ਰੋਜ਼ ਹੁੰਦੀ ਹੈ ਅਰਦਾਸ। ਤੇ ਸਾਰਿਆਂ ਦੀ ਤੁਹਾਡੀ ਡਿਊਟੀ ਲਾਈ ਵੀ ਰੋਜ਼ ਪਾਠ ਲਿਖ ਕੇ ਤੁਸੀਂ ਸਾਰਿਆਂ ਨੇ ਦੇਣੇ ਆ। ਪੁਲਿਸ ਵਾਲਿਆਂ ਨੇ ਆਪਣੀ, ਵਿਹੰਗਮਾਂ ਨੇ ਆਪਦੀ, ਸਾਰਿਆਂ ਨੇ ਆਪੋ ਆਪਣਾ ਪਾਠ ਸਿਮਰਨ ਲਿਖ ਕੇ ਰੋਜ਼ ਦੀ ਰੋਜ਼ ਦੇਣਾ। ਤੇ ਰੋਜ਼ ਦੀ ਰੋਜ਼ ਅਰਦਾਸ ਹੋਏਗੀ। ਉਹ ਹੁਣ ਤੁਹਾਡੇ ਪਤਾ ਨਹੀਂ ਕੀ ਕਰਦੇ ਤੁਸੀਂ, ਰੋਜ਼ ਪਾਠ ਲਿਖ ਕੇ ਅੰਦਰ ਦੇਣੇ। ਉਹਨਾਂ ਨੇ ਅਰਦਾਸ ਕਰਨੀ, ਅੰਦਰ ਵਾਲਿਆਂ ਦੇ ਵੀ ਪਾਠ ਲਿਖਣੇ ਨੇ। ਸਭ ਤੋਂ ਵੱਧ ਸਿਮਰਨ ਕਰਾਉਣਾ। ਸਕੂਲ ਦੀ ਮਰਜ਼ਾਦਾ ਇਹ ਕਲਾਸਾਂ ਲੱਗਣਗੀਆਂ, ਟਿਊਸ਼ਨ ਪੜ੍ਹਨੀ ਪਏਗੀ, ਫਿਰ ਪੜ੍ਹਾਈ ਹੁੰਦੀ। ਉਸ ਤਰ੍ਹਾਂ ਨਹੀਂ। ਸੰਗਤ ਵਿੱਚ ਵੀ ਨਾਮ ਜਪਣਾ ਹੈ ਤੇ ਫਿਰ ਵੀ ਜਪਣਾ ਹੈ। ਘਰੇ ਵੀ ਪੜ੍ਹਾਈ ਆਪ ਵੀ ਕਰਨੀ, ਟਿਊਸ਼ਨ ਵੀ ਰੱਖਣੀ, ਸਕੂਲ ਵਿੱਚ ਵੀ ਪੜ੍ਹਾਈ ਕਰਨੀ। ਇਹ ਸਾਡੀ ਮਰਜ਼ਾਦਾ ਹੈ। ਵੱਧ ਤੋਂ ਵੱਧ ਸਿਮਰਨ ਕਰੋ, ਨਾਮ ਜਪੋ, ਵੱਧ ਤੋਂ ਵੱਧ ਮਾਲਾ ਲਿਖਾਓ, ਜਪਜੀ ਸਾਹਿਬ ਦੇ ਪਾਠ ਕਰੋ, ਆਪਣੀ ਨੇਮ ਬਣਾ ਲਓ ਕਿ 13 ਪਾਠ ਕਰਨੇ ਆ, 26 ਪਾਠ ਕਰਨੇ ਆ, ਮੂਲ ਮੰਤਰ ਦੀਆਂ ਮਾਲਾ ਕਰਨੀ ਹੈ। ਜੇ ਨਹੀਂ ਤੇ ਗੁਰੂ ਸਾਹਿਬ ਤੋਂ ਮੰਗੋ ਝੋਲੀ ਅੱਡ ਕੇ ਕਿ ਸਾਡੀ ਝੋਲੀ 'ਚ ਨਾਮ ਦੀ ਦਾਤ ਪਾਓ, ਸਾਡੀ ਝੋਲੀ 'ਚ ਭਗਤੀ ਪਾਓ। ਕਹਿੰਦੇ ਨੇ ਜਦੋਂ ਤੇਰੇ ਪਾਠ 'ਚ ਵਿਘਨ ਪਵੇ, ਸੇਵਾ ਸਿਮਰਨ 'ਚ ਵਿਘਨ ਪਵੇ, ਤੇ ਇੱਥੋਂ ਨਿਤਨੇਮ ਨਾ ਹੋਵੇ ਤੇ ਸਮਝ ਲਈ ਤੇਰੇ ਤੇ ਮੁਸੀਬਤ ਆਉਣ ਵਾਲੀ। ਪਾਠ ਕਰਨ ਨੂੰ ਜੀ ਨਾ ਕਰੇ, ਪਾਠ ਸਿਮਰਨ ਹੋਵੇ ਨਾ ਹੀ ਮਨ ਲੱਗੇ ਪਾਠ ਸਿਮਰਨ 'ਚ, ਜਿੰਨੇ ਤੇਰੇ ਚੰਗੇ ਕਰਮ ਨੇ ਉਹਨਾਂ 'ਚ ਫਰਕ ਪੈ ਜਾਏ, ਸਮਝੀ ਤੇਰੇ ਤੇ ਬੜਾ ਵੱਡਾ ਭਾਰ ਪੈਣ ਵਾਲਾ ਹੈ ਤੇ ਕੋਈ ਵਿਘਨ ਪੈਣ ਵਾਲਾ ਹੈ, ਬੜੀ ਵੱਡੀ ਮੁਸ਼ਕਲ ਖੜੀ ਹੋਏਗੀ। ਜਿਹੜੇ ਦੁੱਖ ਤਕਲੀਫਾਂ ਨੇ ਨਾ, ਇਹ ਖੜੇ ਵੇਖਦੇ ਆ ਕਿ ਸਾਨੂੰ ਸਮਾਂ ਕਦੋਂ ਮਿਲਦਾ ਹੈ। ਜੇ ਗੁਰਸਿੱਖ ਨਾਮ ਜਪਣ, ਬਾਣੀ ਪੜ੍ਹਨ, ਸੇਵਾ ਸਿਮਰਨ ਤੇ ਲੱਗਿਆ ਰਹੇ, ਇਹ ਮੌਕਾ ਭਾਲਦੇ ਆ ਕਿ ਅਸੀਂ ਹੁਣ ਕੁਝ ਕਰ ਨਹੀਂ ਸਕਦੇ। ਇਹ ਦੂਰ ਦੂਰ ਰਹਿੰਦੇ ਆ। ਗੁਰੂ ਦੀ ਕਿਰਪਾ ਨਾਲ ਦੁੱਖ ਤਕਲੀਫ ਵਿਘਨ ਦੂਰ ਦੂਰ ਰਹਿੰਦੇ ਆ, ਪਰ ਸਮਾਂ ਭਾਲਦੇ ਆ ਵੀ ਸਾਨੂੰ ਸਮਾਂ ਮਿਲੇ। ਇਹ ਕੋਈ ਢਿੱਲ ਕਰੇ ਨਾਮ ਜਪਣ ਵਿੱਚ, ਸਿਮਰਨ ਕਰਨ ਵਿੱਚ, ਤੇ ਫਿਰ ਇਹ ਮਾਰ ਕਰ ਸਕਦੇ ਆ। ਚੋਰ ਡਾਕੂ ਕਦੋਂ ਘਰ ਲੁੱਟਣਗੇ? ਕਿ ਜਦੋਂ ਤੂੰ ਸੌਂ ਜਾਏਗਾ, ਬੇਪਰਵਾਹ ਹੋ ਕੇ ਸੌਂ ਜਾਏਗਾ ਤੇ ਤੇਰਾ ਚੋਰ ਘਰ ਲੁੱਟ ਕੇ ਲੈ ਜਾਣਗੇ। ਤੇਰਾ ਸਮਾਨ ਤੂੰ ਲਾਪਰਵਾਹ ਲੁੱਟ ਕੇ ਲੈ ਜਾਣਗੇ। ਪਰ ਜੇ ਤੂੰ ਜਾਗਦਾ ਰਹੇਗਾ, ਤੇਰਾ ਘਰ ਨਹੀਂ ਲੁੱਟਿਆ ਜਾਏਗਾ, ਤੂੰ ਬਚ ਜਾਏਗਾ। ਸਮਾਂ ਦੁੱਖਾਂ ਤਕਲੀਫਾਂ ਦਾ ਆਉਂਦਾ ਏ, ਜ਼ਿਆਦਾ ਪਹਿਰਾ ਕਰੜਾ ਕਰ ਦੇਣਾ। ਜਿੱਥੇ ਜ਼ਿਆਦੀਆਂ ਔਖਾ ਹੋਵੇ ਨਾ ਕਿ ਇੱਥੇ ਤਾਂ ਬੜੀ ਮੁਸ਼ਕਿਲ ਹੈ, ਇੱਥੇ ਲੁੱਟੇ ਜਾਵਾਂਗੇ, ਚੋਰ ਪੈ ਜਾਣਗੇ, ਇੱਥੇ ਸਮਾਨ ਚੱਕਿਆ ਜਾਏਗਾ, ਉੱਥੇ ਫਿਰ ਪਹਿਰੇ ਦੇਣੇ ਪੈਂਦੇ ਆ। ਉੱਥੇ ਜ਼ਿਆਦਾ ਨਾਮ ਜਪਣਾ ਹੈ।
ਕਲਯੁਗ ਨੇ ਤੇਥੋਂ ਸਿਮਰਨ ਸੇਵਾ ਦੂਰ ਕਰਕੇ ਫਿਰ ਤੇਥੋਂ ਕੋਈ ਵੱਡੀ ਗਲਤੀ ਕਰਾਉਣੀ, ਵੱਡੇ ਗੁਨਾਹ ਕਰਾਉਣੇ, ਆਪਣਾ ਕੰਮ ਕਰਨ ਵਾਸਤੇ। ਇਹ ਫਿਰ ਕਹਿੰਦੇ ਨੇ ਜਦ ਤੱਕ ਤੂੰ ਚੇਤੇ ਆ ਉਦੋਂ ਤੱਕ ਉਹ ਨੇੜੇ ਨਹੀਂ ਆ ਸਕਦੇ। ਤੂੰ ਵਿਸਰੇ ਤਾਂ ਸਭ ਕੋ ਲਾਗੂ, ਚਿਤ ਆਵੇ ਤਾਂ ਸੇਵਾ। ਪਰਮੇਸ਼ਰ ਚਿਤ ਆਵੇ ਤੇ ਸਦਾ ਹੀ ਕਿਰਪਾ ਨੇ। ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਜਦੋਂ ਤੂੰ ਹਿਰਦੇ 'ਚੋਂ ਜਾਏਗਾ, ਮਾਇਆ ਵਾਲੇ ਪਾਸੇ ਮਨ ਹੋ ਜਾਏਗਾ, ਖੁਸ਼ੀਆਂ ਕਰਨ ਵਾਲੇ, ਖੇਡਾਂ ਵਾਲੇ, ਹੋਰ ਰੰਗ ਰਲੀਆਂ ਮਾਣਨ ਵਾਲੇ, ਰੱਬ ਵਿਸਰ ਜਾਏਗਾ। ਕਹਿੰਦੇ ਉਦਣ ਫਿਰ ਤੇਰੇ ਤੇ ਬੜੀਆਂ ਚੀਜ਼ਾਂ ਭਾਰੂ ਹੋ ਜਾਣਗੀਆਂ। ਕਲਯੁਗ ਕਲੇਸ਼, ਬਿਮਾਰੀ, ਚਿੰਤਾ, ਫਿਕਰ, ਡਰ, ਲੜਾਈ ਝਗੜੇ ਸਾਰੇ ਤੇਰੇ ਤੇ ਟੁੱਟ ਕੇ ਪੈ ਜਾਣਗੇ ਜਿਸੋਂ ਤੂੰ ਰੱਬ ਨੂੰ ਭੁੱਲੇਗਾ। ਜਿਹੜਾ ਤੇਰਾ ਨਿਤਨੇਮ ਨਹੀਂ ਹੋਏਗਾ, ਜਿਸ ਦਿਨ ਤੇਰੀ ਸੇਵਾ ਨਹੀਂ, ਜਿਸ ਦਿਨ ਤੇਰੀ ਹਾਜ਼ਰੀ ਨਹੀਂ ਲੱਗੀ ਗੁਰੂ ਦੇ ਚਰਨਾਂ 'ਚ, ਜੇ ਤੂੰ ਆਪਣੇ ਨੇਮ ਦਾ ਪੱਕਾ ਏ, ਇਹ ਚੀਜ਼ਾਂ ਪਾਸੇ ਖੜੀਆਂ ਹੋਈਆਂ ਨੇ। ਪਰ ਜਦੋਂ ਤੂੰ ਗੁਰੂ ਦਾ ਹੀ ਨੇਮ ਛੱਡਤਾ, ਦਸਵੰਧ ਕਰਨਾ ਹੀ ਛੱਡ ਦਿੱਤਾ, ਪਾਠ ਕਰਨਾ ਹੀ ਛੱਡਤਾ, ਫਿਰ ਤੈਨੂੰ ਕਲਯੁਗ ਨੇ ਟੁੱਟ ਕੇ ਪੈ ਜਾਣਾ ਤੇ ਪਿਛਲੇ ਵੀ ਬਦਲੇ ਲੈਣੇ। ਹਾਂਜੀ। ਅਵਰ ਨ ਕੋ ਦੂਜਾ ਸੂਝੈ, ਸੱਚ ਅਲਖ ਆਪੇ। ਹੋਰ ਕੋਈ ਦੂਜਾ ਨਹੀਂ ਸੋਚਦਾ। ਹੇ ਮੇਰੇ ਸੱਚਿਆ ਵਾਹਿਗੁਰੂ ਪਰਮਾਤਮਾ, ਤੇਰੇ ਤੋਂ ਬਗੈਰ ਕੋਈ ਦੂਜਾ ਨਹੀਂ ਸੋਚਦਾ। ਤੇਰੇ ਤੋਂ ਬਗੈਰ ਕੋਈ ਦੂਸਰਾ ਨਹੀਂ ਸੋਚਦਾ, ਤੂੰ ਹੀ ਹੈ। ਇੱਕ ਸਮੇਂ ਚੰਗਿਆਂ ਤੇ ਮਾੜਿਆਂ ਦੀ ਨਿਸ਼ਾਨੀ ਹੁੰਦੀ ਹੈ। ਗੁਰੂ ਚੇਤੇ ਆਇਆ, ਨਾਮ ਸਿਮਰਨ ਚੇਤੇ ਆਇਆ, ਬਾਣੀ ਚੇਤੇ ਆਈ, ਸਤ ਸੰਗਤ ਵਿੱਚ ਮਨ ਲੱਗਿਆ, ਤਾਂ ਸਮੇਂ ਚੰਗੇ ਨੇ। ਜੇ ਨਹੀਂ ਤੇ ਸਮੇਂ ਮਾੜੇ ਆ। ਇਹ ਸਮਝ ਲਾ ਕੇ ਸਮਾਂ ਮਾੜਾ ਹੈ ਤੇਰੇ ਤੇ। ਤੇਰਾ ਨਾਮ ਜਪਣ ਦਾ ਸਮਾਂ, ਦਸਵੰਧ ਕੱਢਣ ਦਾ ਤੇਰੀ ਗਲਤੀ ਹੋ ਗਈ ਤੇ ਫਿਰ ਬੜਾ ਕੁਝ ਰੁੜੇਗਾ। ਥੋੜੇ ਜਿਹੇ ਗੁਰੂ ਦੇ ਦਸਵੰਧ 'ਚ ਤੂੰ ਗਲਤੀ ਕਰ ਲਈਏ ਤੇ ਤੇਰਾ ਬੜਾ ਕੁਝ ਜਾਏਗਾ। ਜੋ ਗੁਰੂ ਦਾ ਹਿੱਸਾ ਸੀ ਉਹ ਤੂੰ ਕੱਢਿਆ ਨਹੀਂ, ਉਹਨੂੰ ਵੀ ਵਰਤ ਲਿਆ। ਇਸ ਕਰਕੇ ਭਾਈ ਇਹ ਮਾਇਆ ਵੀ ਰੁੱਸ ਜਾਏਗੀ। ਜਦੋਂ ਮਾਇਆ ਚੰਗੇ ਪਾਸੇ ਲੱਗਦੀ ਏ ਤੇ ਚੰਗੀਆਂ ਸੀਸਾਂ ਬਖਸ਼ੀਸ਼ਾਂ ਦਿੰਦੀ ਏ। ਜਦੋਂ ਮਾਇਆ ਉਧਰੋਂ ਹਟ ਜਾਂਦੀ ਏ ਫਿਰ ਮਾਇਆ ਬੰਦੇ ਤੋਂ ਮੂੰਹ ਮੋੜ ਕੇ ਚਲੀ ਜਾਂਦੀ, ਮੂੰਹ ਮੋੜ ਕੇ। ਇਹ ਪਰਮੇਸ਼ਰ ਪਰਮਾਤਮਾ ਦੇ ਨਾਲ ਹੀ। ਸਾਰੇ ਜਪੋ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ
ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਪਹਿਲਾਂ ਤਾਂ ਲੋਕ ਲੱਜਿਆ ਏ ਤੇ ਤੂੰ ਆਪ ਏ ਦੇਖ ਮਾੜੇ ਪਾਸੇ ਨਹੀਂ ਜਾਣਾ ਨਿਤਨੇਮ ਨਹੀਂ ਛੱਡਣਾ ਦਸਵੰਧ ਕਰਨਾ ਨਹੀਂ ਛੱਡਣਾ ਦੂਜਾ ਫਿਰ ਸਾਧੂ ਸੰਤ ਗੁਰੂ ਮੱਤ ਦਿੰਦੇ ਆ ਭਾਈ ਨਾ ਛੱਡ ਦਸਵੰਧ ਕਰਨਾ ਨਾ ਨਾਮ ਜਪਣਾ ਛੱਡ ਬਾਣੀ ਪੜ੍ਹਨੀ ਹਾਜ਼ਰੀ ਲਾਉਣੀ ਇਹ ਭਲੇ ਪੁਰਸ਼ ਸਮੱਤ ਦੇਣਗੇ ਤੈਨੂੰ ਸਮਝਾਉਣਗੇ ਪਹਿਲਾਂ ਤੂੰ ਆਪਣੇ ਆਪ ਸੋਚ ਫਿਰ ਤੈਨੂੰ ਗੁਰੂ ਪੀਰ ਮਹਾਂਪੁਰਖ ਸਮਝਾਉਣਗੇ ਨਾ ਤੂੰ ਆਪਣੇ ਆਪ ਸੁਧਰਿਆ ਨਾ ਤੂੰ ਗੁਰੂ ਪੀਰ ਮਹਾਂਪੁਰਖਾਂ ਦੇ ਕਹਿ ਤੇ ਸਮਝਿਆ ਤੇ ਫਿਰ ਤੀਸਰਾ ਏ ਪਰਮੇਸ਼ਰ ਡੰਡਾ ਚਾੜੇਗਾ ਕਰੋਪੀ ਸਰਕਾਰ ਪੁਲਿਸ ਨੂੰ ਹੁਕਮ ਦਿੰਦੀ ਫਿਰ ਤੇ ਪ੍ਰਮਾਤਮਾ ਵੀ ਫਿਰ ਸਖਤੀਆਂ ਨੂੰ ਹੁਕਮ ਦੇ ਦਿੰਦਾ ਏ ਪੁਲਿਸ ਨੂੰ ਆਰਡਰ ਕਰ ਦਿੰਦਾ ਏ ਫਿਰ ਸਾਡੇ ਤੇ ਦੁੱਖ ਤਕਲੀਫਾਂ ਆਉਣੇ ਸ਼ੁਰੂ ਹੋ ਜਾਂਦੇ ਫਿਰ ਮੁਸ਼ਕਲਾਂ ਆਉਂਦੀਆਂ ਨੇ ਵੀ ਕਰ ਚੇਤੇ ਜਪ ਨਾਮ ਪਾਣੀ ਪੜ ਇਹ ਦੁੱਖ ਤਕਲੀਫ ਆਉਂਦੇ ਆ ਸਾਨੂੰ ਗੁਰੂ ਨਾਲ ਜੁੜ ਜਾ ਭਾਈ ਨਾਮ ਜਪ ਲਾ ਬਾਣੀ ਪੜਦਾ ਆਪਦਾ ਦਸਵੰਧ ਕੱਢਿਆ ਕਰ ਤੇ ਜਦੋਂ ਫਿਰ ਅਸੀਂ ਡੰਡੇ ਨਾਲ ਵੀ ਨਹੀਂ ਸਮਝਦੇ ਸਮਝਾਇਆ ਵੀ ਨਹੀਂ ਸਮਝਦੇ ਆਪਣੇ ਆਪ ਵੀ ਸੁਰਤ ਨਹੀਂ ਕਰਦੇ ਆਪਣੇ ਆਪ ਵੀ ਸੁਰਤ ਨਹੀਂ ਕਰਦੇ ਡੰਡੇ ਨਾਲ ਵੀ ਨਹੀਂ ਸਮਝਦੇ ਸਮਝਾਇਆ ਵੀ ਨਹੀਂ ਸਮਝਦੇ ਤੇ ਫਿਰ ਰੱਬ ਕਹਿੰਦਾ ਜਾ ਖਾ ਤੱਕੇ ਨਰਕੀ ਭੋਗ ਤੂੰ ਰੁੜਿਆ ਜਾ ਹੁਣ ਤੈਨੂੰ ਕੋਈ ਨਹੀਂ ਸੰਭਾਲੇਗਾ ਪਤਤ ਜਾਮਲ ਪਾਪ ਕਰਤ ਜਾਏ ਕਲਾਵਤਨੀ ਦੇ ਰਹਾ ਗੁਰੂ ਤੇ ਬੇਮੁਖ ਹੋ ਕੇ ਪਾਪ ਕਮਾਵੇ ਦੁਰਮਤ ਦਇਆ ਬੜਾ ਸਿਆਣਾ ਮੁੰਡਾ ਸੀ ਬੜਾ ਹੋਣਹਾਰ ਸੀ ਬੜਾ ਨਿਤਨੇਮੀ ਸੀ ਪੜ੍ਹਦਾ ਸੀ ਬੜੀ ਸੋਹਣੀ ਕਥਾ ਕਰਨ ਲੱਗ ਪਿਆ ਸੀ ਤੇ ਗੁਰੂ ਸਮਝਾਉਂਦੇ ਸੀ ਭਾਈ ਸ਼ਹਿਰ ਵਿੱਚੋਂ ਨਹੀਂ ਆਉਣਾ ਬਾਜ਼ਾਰ ਵਿੱਚੋਂ ਬਾਰ-ਬਾਰ ਦੀ ਆਇਆ ਕਰ ਬਾਹਰਲੇ ਰਸਤੇ ਬਾਜ਼ਾਰ ਵਿੱਚ ਦੀ ਨਹੀਂ ਆਉਣਾ ਬਾਜ਼ਾਰ ਵਿੱਚ ਖਾਣ ਪੀਣ ਵਾਲੀਆਂ ਹੁੰਦੀਆਂ ਨੇ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਬੁੱਧ ਬਦਲਦੀ ਇਹਦੇ ਨਾਲ ਗੰਦ ਪਿਲ ਖਾਏਗਾ ਬਾਜ਼ਾਰ ਵਿੱਚ ਕਈ ਰੂਪ ਰੰਗ ਆਪਦੇ ਦਿਖਾਉਣ ਆਉਂਦੇ ਆ ਕਈ ਮਾੜੇ ਕਰਮ ਸੋਚ ਕੇ ਆਉਂਦੇ ਆ ਪਾਪ ਹੁੰਦੇ ਆ ਸਾਧੂ ਸੰਤ ਮਹਾਂਪੁਰਖ ਕਹਿੰਦੇ ਬਚ ਕੇ ਰਹੋ ਬਾਬਾ ਨੰਦ ਸਿੰਘ ਜੀ ਬਾਹਰ ਜੰਗਲਾਂ 'ਚ ਡੇਰਾ ਲਾਉਂਦੇ ਸੀ ਵਿੱਚ ਨਹੀਂ ਲੋਕਾਂ ਦੇ ਵਿੱਚ ਨਹੀਂ ਘਰਾਂ ਵਿੱਚ ਨਹੀਂ ਬਾਹਰ ਹੀ ਜੰਗਲ 'ਚ ਹੀ ਸੌਣਾ ਲੋਕਾਂ ਦੇ ਘਰਾਂ ਤੋਂ ਬਿਸਤਰਿਆਂ ਤੋਂ ਇਹੋ ਜਿਹੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਤੇ ਬਾਹਰੋਂ ਬਾਹਰ ਆਉਣਾ ਕਥਾ ਕਰਨੀ ਸੁਣਨੀ ਪੜ੍ਹਨੀ ਬੜੀ ਲੱਗਣੀ ਸੋਚਦਾ ਬਾਜ਼ਾਰ ਵਿੱਚ ਦੀ ਵੀ ਲੰਘ ਕੇ ਵੇਖ ਲਈਏ ਬਾਜ਼ਾਰ ਵਾਲੇ ਪਾਸੇ ਫਿਰ ਰੰਗ ਰਲੀਆਂ ਨੇ
ਜਿਹੋ ਜਿਹਿਆਂ ਦੇ ਦਰਸ਼ਨ ਕਰੀਏ ਉਹੋ ਜਿਹੇ ਕਰਮ ਬਣ ਜਾਂਦੇ। ਜੇ ਤੂੰ ਪਾਪੀਆਂ ਦੀ ਸੰਗਤ 'ਚ ਰਹੇਗਾ ਤੇਰੇ ਤੇ ਪਾਪ ਜ਼ਰੂਰ ਤੈਨੂੰ ਲੱਗਣਗੇ। ਬਾਂਸਨ ਕਾਲੇ ਪਰਸੀਏ ਤੋ ਕੁਛ ਲਾਗੇ ਦਾਗ। ਕਹਿੰਦੇ ਜੇ ਤੂੰ ਕਾਲੇ ਭਾਂਡਿਆਂ ਨਾਲ ਲੱਗੇਗਾ ਤੇ ਨਹੀਂ ਲਿਬੜੇਗਾ। ਜੇ ਤੂੰ ਬਾਜ਼ਾਰਾਂ ਵਿੱਚ ਦੀ ਇੱਧਰ ਉੱਧਰ ਰੂਪ ਰੰਗ ਲੋਕਾਂ ਦੇ ਵੇਖੇਗਾ ਤੇ ਦਿਖਾਉਣ ਵਾਲੇ ਵੀ ਰੂਪ ਰੰਗ ਵਿਖਾਉਣਗੇ। ਕਹਿੰਦੇ ਨਹੀਂ ਸਾਦਗੀ ਰੱਖਣੀ, ਆਪਦੇ ਰੂਪ ਰੰਗ ਨਹੀਂ ਦਿਖਾਉਣੇ। ਆ ਜਿਹੜੀਆਂ ਮਾਈਆਂ ਸੁੱਤੀਆਂ ਪਈਆਂ ਨੂੰ ਖੜੀਆਂ ਕਰਦੇ, ਤੂੰ ਵੀ ਖੜੀ ਹੋ ਜਿਹੜੀ ਤੂੰ ਜਹੇਦਾਰ ਨਹੀਂ, ਧੌਣ ਛੱਡ ਕੇ ਸੁੱਤੀ ਪਈ। ਦੂਜੀਆਂ ਨੂੰ ਵੀ ਘਰ ਜਿਹੜੀਆਂ ਸੁੱਤੀਆਂ ਨੇ ਉੱਠ ਕੇ ਖੜੀਆਂ ਹੋ ਜਾਓ। ਆ ਮੈਡਮ ਨੂੰ ਵੀ ਇਹ ਵੀ ਧੌਣ ਸੁੱਟੀ ਖਲੋਤੀ, ਲੈ ਉਹਨੂੰ ਕੋਈ ਇਸ਼ਾਰਾ ਕਰਦੀ, ਆਪ ਤੂੰ ਸੁੱਤੀ ਪਈ ਧੌਣ ਛੱਡ ਕੇ ਖੜੀਆਂ ਉੱਠ ਕੇ। ਜਿਹੜੀ ਅਸੀਂ ਕਹਿ ਰਹੇ ਹਾਂ ਉਹ ਤੁਸੀਂ ਕੰਨ ਹੀ ਬੰਦ ਕਰ ਲਿਓ ਵੀ ਸੁਣਨੀ ਨਹੀਂ। ਜਿਹਨੂੰ ਨੀਂਦਰ ਆਵੇ ਉਹਨੂੰ ਖੜਿਆਂ ਕਰ ਦਈਦਾ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਸਾਰੇ ਨਿਰਵੈਰ ਜਪੋ। ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਸ ਸਮੇਂ ਤੇ ਚੁਸਤ ਫੁਰਤ ਰਹੇ। ਕਹਿੰਦੇ ਨੇ ਪਾਠ ਕਰਨ ਨੂੰ ਜੀ ਨਾ ਕਰੇ, ਕਿ ਚਲੋ ਨਾ ਇਸ਼ਨਾਨ ਕਰੋ, ਨਾ ਪਾਠ ਕਰਨ ਨੂੰ ਚਿੱਤ ਨਾ ਕਰੇ। ਕਰਮ ਤੇਰੇ ਮਾੜੇ ਆ। ਗੁਰੂ ਘਰ ਜਾਣ ਨੂੰ ਕਹਿ ਰਹਿੰਦੇ ਹੋ, ਕੀ ਪਿਆ ਹੈ? ਕਰਮ ਮਾੜੇ ਆ। ਇਹ ਹੁਣ ਆਪਣਾ ਰੰਗ ਦਿਖਾਉਣਾ ਚਾਹੁੰਦੇ ਆ। ਸਾਰੇ ਸਿੱਖ ਇੱਕ ਤਾਂ ਕਿਲਾ ਛੱਡ ਕੇ ਆਏ ਨੇ, ਇੱਕ ਦੁਸ਼ਮਣ ਲੱਗਿਆ ਹੋਇਆ ਮਗਰ, ਦੂਜਾ ਹੋ ਗਿਆ ਅੰਮ੍ਰਿਤ ਵੇਲਾ ਸੱਚ ਨਾਉ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਭਾਈ ਅੰਮ੍ਰਿਤ ਵੇਲੇ ਦਾ ਨਿਤਨੇਮ ਸ਼ੁਰੂ ਕਰੋ। ਬਹਿ ਜਾਓ ਸਾਰੇ। ਮਹਾਰਾਜ ਦੁਸ਼ਮਣ ਪੂਰਾ ਚੜਿਆ ਆ ਰਿਹਾ ਹੈ। ਆਪਣੇ ਪਾਠ ਪੂਜਾ ਸਿਮਰਨ ਕਰਦਿਆਂ ਨੂੰ ਸਾਰਿਆਂ ਨੂੰ ਮਾਰ ਕੇ ਚਲਾ ਜਾਏਗਾ। ਗੁਰੂ ਸਾਹਿਬ ਕਹਿੰਦੇ ਆਪਾਂ ਅੰਮ੍ਰਿਤ ਵੇਲਾ ਕਰਦੇ ਹੋਏ, ਨਿਤਨੇਮ ਕਰਦੇ ਹੋਏ ਮਰ ਜਾਈਏ ਤੇ ਆਪਾਂ ਨੂੰ ਹੋਰ ਕੀ ਚਾਹੀਦਾ ਹੈ? ਆਖੋ ਸੀ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਆਪਾਂ ਘਰੋਂ ਬੇਘਰ ਹੋਏ ਆ, ਅੱਗੇ ਦਾ ਪਤਾ ਨਹੀਂ, ਦੁਸ਼ਮਣ ਚਾਰੇ ਪਾਸੇ ਆ, ਚਾਰੇ ਪਾਸੇ ਦੁਸ਼ਮਣੀ ਦੁਸ਼ਮਣ ਖੜੇ ਆ। ਜੇ ਆਪਾਂ ਅੰਮ੍ਰਿਤ ਵੇਲਾ ਕਰਦੇ ਮਰ ਗਏ ਨਾ ਤੇ ਭਾਈ ਹੋਰ ਚਾਹੀਦਾ ਕੀ ਆਪਾਂ ਨੂੰ? ਆਪਣੀ ਜਿੰਦ ਜਾਣੀ ਗੁਰੂ ਦੇ ਪਾਠ ਪੂਜਾ ਸਿਮਰਨ ਵਾਸਤੇ ਆ। ਜੇ ਨਾਮ ਸਿਮਰਨ ਪਿੱਛੇ ਮਰਦੇ ਆ, ਨਾਮ ਸਿਮਰਨ ਪਿੱਛੇ ਲੁੱਟੇ ਜਾਵਾਂਗੇ ਤੇ ਆਪਾਂ ਨੂੰ ਹੋਰ ਚਾਹੀਦਾ ਕੀ? ਰਾਮ ਜਪਤ ਤਨ ਜਰ ਕੀ ਨਾ ਜਾਏ। ਕਬੀਰ ਸਾਹਿਬ ਕਹਿੰਦੇ ਭਾਵੇਂ ਸੜ ਜਾਵੇ ਘਰ, ਸੜ ਜੇ ਮੈਂ ਵੀ ਸੜ ਜਾ, ਨਾਮ ਜਪਦਾ ਹੋਇਆ ਹੋਰ ਕੀ ਚਾਹੀਦਾ? ਗੁਰੂ ਦੇ ਜਪਦੇ ਹੋਈ ਮਰੀਏ ਨਾ। ਸਿੱਖ ਬੈਠ ਗਏ, ਸੰਗਤਾਂ ਬੈਠ ਗਈਆਂ, ਨਾ ਕੋਈ ਬਹਿਣ ਨੂੰ ਜਗ੍ਹਾ, ਮੀਂਹ ਤੂਫਾਨ, ਦੁਸ਼ਮਣ ਚਾਰੇ ਪਾਸੇ। ਜਿਹੋ ਜਿਹਾ ਕੋਈ ਥਾਂ ਬਣਿਆ, ਜਿਵੇਂ ਕੋਈ ਸਮਾਂ ਬਣਿਆ, ਅੰਮ੍ਰਿਤ ਵੇਲਾ ਸ਼ੁਰੂ ਹੋ ਗਿਆ।
ਅੰਮ੍ਰਿਤ ਵੇਲੇ ਦੀ ਬਾਣੀ ਸ਼ੁਰੂ ਹੋ ਗਈ। ਜਪਜੀ ਸਾਹਿਬ ਦੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਘੋੜੇ ਘਾੜੇ ਨਾਲ ਨੇ ਗੁਰੂ ਸਾਹਿਬ ਦੇ ਸਿੱਖ ਸਾਰੇ। ਜਗ੍ਹਾ ਨਹੀਂ, ਕੋਈ ਘਰ ਨਹੀਂ, ਦੁਸ਼ਮਣ ਚਾਰੇ ਪਾਸੇ ਆ। ਇੱਕ ਸਿੱਖ ਦੀ ਡਿਊਟੀ ਲਾਤੀ ਕਿ ਤੂੰ ਉੱਪਰ ਉੱਚੇ ਰੁੱਖ ਤੇ ਚੜ ਜਾ ਤੇ ਦੁਸ਼ਮਣ ਦੀ ਨਿਗਾਹ ਰੱਖ ਚਾਰੇ ਪਾਸੇ। ਜੇ ਕੋਈ ਜ਼ਿਆਦਾ ਦੁਸ਼ਮਣ ਸਿਰ ਤੇ ਚੜ੍ਹਦਾ ਹੋਏਗਾ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਅਸੀਂ ਹੁਕਮ ਕਰਾਂਗੇ ਤਾਂ ਉਹਨਾਂ ਸਿੱਖਾਂ ਨੇ ਜਾਣਾ ਹੈ, ਬਾਕੀ ਭਾਈ ਤੁਸੀਂ ਬੈਠੋ ਸਾਰੇ। ਸਾਰੇ ਜਪਜੀ ਸਾਹਿਬ ਸ਼ੁਰੂ ਹੋ ਗਿਆ। ਨਾ ਬੈਠਣ ਨੂੰ ਜਗ੍ਹਾ, ਨਾ ਕੋਈ ਲੀੜਾ ਕੱਪੜਾ ਏ। ਮੁਸ਼ਕਲ ਪੂਰੀ। ਗੁਰੂ ਸਾਹਿਬ ਕਹਿੰਦੇ ਭਾਈ ਨਹੀਂ ਛੱਡਣਾ। ਸ਼ਾਮ ਦਾ ਰਹਿ ਰਾਸ ਸੋਦਰ ਕੀਰਤਨ ਕਰਕੇ ਚੌਂਕੀ ਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਗੁਰੂ ਸਾਹਿਬ ਕਹਿੰਦੇ ਨਿਕਲ ਜਾਓ ਸਾਰੇ, ਹੁਣ ਖੋਲ ਦਿਓ ਕਿਲਾ। ਪਰ ਨਿਤਨੇਮ ਪਾਠ ਪੂਜਾ ਸਿਮਰਨ ਆਪਦਾ ਕਰਕੇ ਜਾਣਾ। ਤੇ ਸਾਰੇ ਸੁਣ ਲਓ ਭਾਈ, ਰੱਖਿਆ ਪਰਮਾਤਮਾ ਨੇ ਕਰਨੀ ਜੀ। ਨਾਮ ਜਪਣਾ ਨਾ ਭੁੱਲਿਓ। ਔਖੀ ਘੜੀ ਆਈਏ ਤੇ ਹੁਣ ਸਵਾਸ ਸਵਾਸ ਨਾਮ ਜਪੋ। ਇਹਦੇ 'ਚ ਢਿੱਲ ਨਹੀਂ ਕਰਨੀ। ਸਾਰੇ ਗੁਰਸਿੱਖ ਬਾਣੀ ਪੜ੍ਹਦੇ, ਸਾਰੇ ਨਾਮ ਜਪਦੇ ਹੋਏ ਤੁਰੇ ਆਉਂਦੇ ਆ। ਕੋਈ ਕਿਵੇਂ, ਕੋਈ ਕਿਵੇਂ। ਮੁਸ਼ਕਲਾਂ ਕਿੱਡੀਆਂ ਨੇ, ਭੀੜ ਕਿੰਨੀ ਪਈ ਹੈ। ਤੇ ਗੁਰੂ ਸਾਹਿਬ ਦੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਕੋਈ ਰਥ ਥੋੜ੍ਹਾ ਹੈ। 5 ਸਾਲ ਦੇ, 7 ਸਾਲ ਦੇ, ਦੂਜੇ ਜੇ ਥੋੜ੍ਹੇ ਵੱਡੇ ਆ, ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਉਹ ਤਾਂ ਘੋੜੇ ਵੀ ਚਲਾਉਂਦੇ ਨੇ, ਘੋੜਿਆਂ 'ਤੇ ਵੀ ਬੈਠਦੇ। ਇਹ ਦੋਨੋਂ ਨਿਆਣੇ ਆ, ਦਾਦੀ ਨੇ ਸੰਭਾਲੇ ਹੋਏ ਨੇ। ਗੁਰੂ ਕੇ ਮਹਿਲ ਜਿਹੜੇ ਉਹ ਗੁਰਸਿੱਖਾਂ ਨੇ ਨਾਲ ਸੰਭਾਲ ਕੀਤੀ ਹੋਈ ਹੈ। ਦਾਦੀ ਨੂੰ, ਪੋਤਰਿਆਂ ਨੂੰ ਵੀ ਨਾਲ ਗੁਰਸਿੱਖ ਨੇ ਕੁਝ ਸੰਭਾਲਣ ਵਾਲੇ। ਪਰਮਾਤਮਾ ਔਖੀਆਂ ਤੋਂ ਔਖੀਆਂ ਪਾਉਂਦਾ ਹੈ। ਕਹਿੰਦੇ ਭੁੱਲੋ ਨਾ, ਬਰਬਾਦ ਹੋ ਜਾਓਗੇ ਅੱਜ ਜੇ ਤੁਸੀਂ ਗੁਰੂ ਦਾ ਪੱਲਾ ਛੱਡਤਾ। ਬੇੜਾ ਜਾਂਦਾ ਹੈ ਨਾ ਸਮੁੰਦਰ ਦੇ ਵਿੱਚ, ਤੇ ਥੋੜਾ ਜਿਹਾ ਹੀ ਬਾਹਰ ਹੁੰਦਾ ਹੈ, ਪਾਣੀ 'ਚ ਹੁੰਦਾ ਸਾਰਾ। ਜੇ ਉਹਨਾਂ ਕੋ ਆਸਰਾ ਵੀ ਛੱਡ ਦੇਵੇ ਤੇ ਫਿਰ ਡੁੱਬੇਗਾ। ਕਹਿੰਦੇ ਰੱਸੀ ਖੂਹ 'ਚ ਸਿੱਟੀਏ, ਥੋੜੀ ਜਿਹੀ ਹੱਥ ਵਿੱਚ ਤੂੰ ਬਾਹਰ ਕੱਢ ਸਕਦਾ ਹੈ ਡੋਲ ਭਰ ਕੇ ਪਾਣੀ ਦਾ, ਤੇ ਜੇ ਹੱਥ ਵਾਲੀ ਛੁੱਟ ਗਈ ਤੇ ਫਿਰ ਗਈ। ਥੋੜਾ ਹੀ ਜਿਹੜਾ ਰੱਬ ਦਾ ਨਾਮ ਦਾ ਆਸਰਾ ਤੇਰੇ ਕੋਲ, ਇਹਨੂੰ ਛੱਡੀ ਨਾ, ਪਕੜ ਕੇ ਰੱਖੀ। ਇਹ ਤੇਰੀ ਪ੍ਰੀਖਿਆ ਅੱਜ। ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋਂ। ਕਹਿੰਦੇ ਚਿੱਕੜ ਵੀ ਬੜਾ ਏ, ਘਰ ਵੀ ਬੜਾ ਦੂਰ ਏ ਜਿੱਥੋਂ ਅੱਗ ਲੈ ਕੇ ਆਉਣੀ ਹੈ। ਨੇਹੋਂ ਵੀ ਗੁਰੂ ਨਾਲ, ਮੀਂਹ ਵੀ ਜ਼ੋਰ ਦੀ, ਤੂਫਾਨ। ਘਰ ਵੀ ਦੂਰ ਏ ਜਿੱਥੋਂ ਅੱਗ ਮਿਲਣੀ। ਜਿਹੜੀ ਅੱਗ ਨੱਪ ਕੇ ਰੱਖੀ ਸੀ ਉਹ ਅੱਗ ਖਤਮ ਹੋ ਗਈ ਮੀਂਹ ਦੇ ਨਾਲ। ਗੁਰੂ ਦੇ ਇਸ਼ਨਾਨ ਕਰਾਉਣਾ ਹੈ, ਪਾਣੀ ਗਰਮ ਕਰਨਾ ਹੈ, ਨੇਹੋਂ ਹੈ, ਗੁਰੂ ਦੀ ਸੇਵਾ ਹੈ।
ਇਹ ਨਹੀਂ ਕਿ ਅੱਜ ਕਹਾਂਗੇ ਜੀ ਮਹਾਰਾਜ ਨਹੀਂ ਆਗੇਗੀ ਠੰਡੇ ਨਾਲ ਕਰ ਲਓ, ਪਰ ਸੇਵਾ ਤਾਂ ਗਈ ਨਾ ਮੇਰੀ। ਗੁਰੂ ਤਾਂ ਠੰਡੇ ਨਾਲ ਵੀ ਕਰ ਲੈਣਗੇ ਇਸ਼ਨਾਨ, ਪਰ ਮੇਰੀ ਸੇਵਾ ਤਾਂ ਗਈ ਨਾ। ਫਰੀਦ ਜੀ ਕਹਿੰਦੇ ਇਹ ਨਹੀਂ ਜਾਣਦੇ। ਚਿੱਕੜ ਗਲੀ ਵਿੱਚ ਦੂਰ ਘਾਰੇ, ਨਿਉ ਪਿਆਰੇ ਨਾਲੇ, ਚਲਾ ਤਾਂ ਭਿੱਜੇ ਕੰਬਲੀ, ਰਾਹ ਤਾਂ ਟੁੱਟੇ ਨੇਹੋਂ। ਜੇ ਮੈਂ ਜਾਣਾ ਮੇਰੇ ਸਾਰੇ ਕੱਪੜੇ ਜਿਹੜੇ ਇੰਨੇ ਨਹੀਂ ਸੀ ਜਿਵੇਂ ਤੁਸੀਂ ਬੈਗ ਭਰ ਕੇ ਲਿਆਏ। ਬਾਬੇ ਫਰੀਦ ਕੋਲ ਇੱਕੋ ਕੰਬਲੀ ਸੀ, ਆਖੋ ਸੀ ਤਣ ਵਾਲੇ ਹੀ ਕੱਪੜੇ ਹੁੰਦੇ ਸੀ, ਇੱਕ ਅੱਧਾ। ਫਕੀਰਾਂ ਦੇ ਕੋਲ ਕਾਹਦੇ ਜੋੜੇ, ਕਾਹਦੇ ਸੂਟ, ਫਕੀਰੀ ਉਹਨਾਂ ਕੋਲ। ਵੀ ਲੋਈ ਕੰਬਲੀ ਭੇਜੇਗੀ, ਫਿਰ ਬਿਲਕੁਲ ਮੈਂ ਠਰਦਾ ਰਹਾਂਗਾ, ਹੋਰ ਕੋਈ ਕੱਪੜਾ ਵੀ ਨਹੀਂ। ਬਾਬਾ ਮਾਹਰ ਨਾਮ ਸਿੰਘ ਜੀ ਇੱਕ ਰਜਾਈ ਵਰਗੀ ਸੀ, ਲੀਰਾਂ ਹੀ ਲੀਰਾਂ ਲਾਈਆਂ ਹੋਈਆਂ ਸੀ ਉੱਤੇ, ਗੋਦੜੀ ਇੱਕ ਚਿੱਪੀ ਸੀ, ਦੋਨੋਂ ਹੀ ਪੁੱਛੋ ਸਹਿ ਪਈਆਂ ਨੇ। ਉਹ ਗੋਦੜੀ ਤੇ ਚਿੱਪੀ ਬਾਬਾ ਜੀ ਨਾਲ ਰੱਖਦੇ ਸੀ, ਉਹਦੇ 'ਚ ਪਾਣੀ ਪੂਣੀ ਜਾਂ ਕੋਈ ਚੀਜ਼ ਜਲ ਪਾਣੀ ਰੱਖ ਲੈਣਾ ਹੈ, ਛਕ ਲੈਣਾ ਹੈ। ਗੋਦੜੀ ਉਹੀ ਥੱਲੇ, ਉਹੀ ਉੱਤੇ, ਉਸੇ ਦੀ ਬੁੱਕਲ, ਦੂਜਾ ਕੱਪੜਾ ਹੀ ਨਹੀਂ। ਬਾਬਾ ਫਰੀਦ ਜੀ ਕੋਲ ਜਦੋਂ ਫਰੀਦਕੋਟ ਆਏ ਨਾ ਤੇ ਗੋਦੜੀ ਸੀ। ਕਹਿੰਦੇ ਘਰ ਵੀ ਤਿਆਗਿਆ ਫਰੀਦਾ ਤੂੰ, ਆਪਦਾ ਧਨ ਵੀ ਤਿਆਗਿਆ, ਸ਼ਾਹੂਕਾਰਾ ਵੀ ਤਿਆਗਿਆ, ਸਭ ਕੁਝ ਛੱਡਿਆ ਹੀ ਨਾ, ਤੇ ਆ ਗੋਦੜੀ ਕਿਉਂ ਚੱਕੀ ਫਿਰਦਾ ਹੈ? ਐਵੇਂ ਠੀਕ ਹੈ, ਜਿੱਥੇ ਬਹਿ ਜਾਗੇ ਪਰਮਾਤਮਾ ਪੜਦੇ ਟੱਕੇਗਾ, ਨਹੀਂ ਤਾਂ ਐਵੇਂ ਠੀਕ, ਐਵੇਂ ਗੋਦੜੀ ਨੂੰ ਸੰਭਾਲਦੇ ਫਿਰੋ। ਬਾਬਾ ਫਰੀਦ ਜੀ ਗੋਦੜੀ ਨੂੰ ਸਿੱਟਦਾ, ਚੱਕ ਕੇ ਮਾਰਿਆ। ਗੋਦੜੀ ਬੋਲੀ, ਫਰੀਦਾ ਤੂੰ ਮੈਨੂੰ ਕਿਉਂ ਸਿੱਟ ਛੱਡਿਆ? ਆਖੋ ਸੀ ਵਾਹਿਗੁਰੂ, ਮੈਂ ਤੇਰੇ ਨਾਲ ਰਹੀ, ਤੇਰੀ ਸੇਵਾ ਵਿੱਚ ਆ, ਤੂੰ ਮੈਨੂੰ ਨਾ ਸਿੱਟ। ਫਰੀਦ ਕਹਿੰਦਾ ਮੈਥੋਂ ਨਹੀਂ ਬੋਝ ਸੰਭਾਲੇ ਜਾਂਦੇ। ਪਰਮਾਤਮਾ ਦੇ ਨਾਮ ਨਾਲ ਲਗਨ ਲਾਉਣੀ ਹੈ, ਖੁਦਾ ਦੇ ਨਾਲ। ਮੈਨੂੰ ਕੀ ਗੋਦੜੀ ਕਹਿੰਦੀ, ਮੇਰੇ ਕਰਕੇ ਤੈਨੂੰ ਲੋਕੀ ਸਮਝਦੇ ਵੀ ਫਕੀਰ ਹੈ, ਮੇਰੇ ਤੋਂ ਬਗੈਰ ਤੇਰੀ ਫਰੀਦਾ ਕਿਸੇ ਨੇ ਪਛਾਣ ਨਹੀਂ ਕਰਨੀ, ਤੂੰ ਸੰਤ ਹੈ, ਫਕੀਰ ਹੈ। ਕੀ ਪਤਾ ਕੀ ਕਹਿਣਗੇ, ਗਰੀਬ ਹੈ, ਕੰਗਾਲ ਹੈ, ਮੰਗਤਾ ਹੈ, ਕਮਲਾ ਹੈ, ਕੀ ਕਹਿਣਗੇ। ਪਰ ਜੇ ਕੋਲ ਗੋਦੜੀ ਤੇ ਪਤਾ ਲੱਗੇਗਾ ਵੀ ਇਹ ਮਹਾਂਪੁਰਖ ਹੈ, ਸੰਤ ਹੈ। ਹੱਥ ਵਿੱਚ ਸੋਟੀ ਹੈ, ਲੰਗੋਟੀ ਹੈ, ਸਾਧੂ ਦੀ ਪਛਾਣ ਹੁੰਦੀ ਹੈ, ਜਟਾ ਹੈ, ਭਗਵਾਂ ਕੱਪੜਾ ਹੈ। ਫਰੀਦ ਨੇ ਗੋਦੜੀ ਮਾਰੀ ਚੱਕ ਕੇ, ਉੱਥੇ ਅੱਜ ਗੋਦੜੀ ਸਾਹਿਬ ਸਥਾਨ ਬਣਿਆ। ਤੇ ਆਪ ਫਰੀਦ ਚਲਾ ਗਿਆ ਸ਼ਹਿਰ ਵਿੱਚ, ਤੇ ਰਾਜੇ ਦਾ ਮਹਿਲ ਬਣਦਾ ਸੀ। ਰਾਜੇ ਨੇ ਕਿਹਾ ਸੀ ਵੀ ਸਾਰਿਆਂ ਨੂੰ ਕੰਮ ਤੇ ਲਾਓ, ਸਾਰੇ ਮਹਿਲ ਤੇ ਕੰਮ ਕਰਨ, ਜਿਹਨੂੰ ਕੋਈ ਲੀੜਾ ਕੱਪੜਾ ਰੋਟੀ ਪਾਣੀ ਕੁਝ ਵੀ ਚਾਹੀਦਾ ਹੈ ਮੈਂ ਦਿਆਂਗਾ, ਪਰ ਸਾਰੇ ਮੇਰੇ ਕਿਲਾ ਬਣਾਉਣ ਤੇ ਕੰਮ ਕਰਨ। ਬਾਬਾ ਫਰੀਦ ਜੀ ਅੱਲਾ ਅੱਲਾ ਕਰਦੇ ਹੋਏ ਫਰੀਦਕੋਟ 'ਚ ਪਹੁੰਚੇ। ਉਸ ਸਾਈਂ ਨੂੰ ਪੁਕਾਰਦੇ, ਹੁਕਮ ਸੀ ਜਿੱਧਰ ਰੱਬ ਜਾਏ ਬਹਿਣ ਤਥਾਉ ਗਉ ਕਰੇ। ਮਹਾਂਪੁਰਸ਼ ਉੱਧਰ ਜਾਂਦੇ ਆ ਜਿੱਧਰ ਪਰਮਾਤਮਾ ਲੈ ਜਾਵੇ, ਰੱਬ ਲੈ ਜਾਵੇ। ਹੁਕਮ ਹੈ ਅੱਜ ਇੱਧਰ ਜਾਣਾ। ਸਿਪਾਹੀ ਆ ਗਏ, ਕਹਿੰਦੇ ਚੱਲ ਓਏ ਤੂੰ ਵਿਹਲਾ ਫਿਰਦਾ ਇੱਥੇ, ਸਾਰੇ ਕੰਮ ਤੇ ਲੱਗੇ ਆ, ਚੱਲ। ਨਾਲੇ ਮਾਰਿਆ ਡੰਡਾ
ਤੇ ਨਾਲੇ ਛਕਾਇਆ ਟੋਕਰਾ ਵੀ ਚੱਲ ਟੋਕਰਾ ਚੱਕ ਕੇ ਲਾ ਕੰਮ ਤੇ ਲੱਗ। ਤੇ ਬਾਬਾ ਫਰੀਦ ਜੀ ਅੱਲਾ 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 ਕਰਦੇ, ਖੁਦਾ ਫਰੀਦਾ ਲਹੋ ਦੀ ਕਰ ਬੰਦਗੀ। ਉਹਨੇ ਕਿਹਾ ਅੱਲਾ ਨੂੰ ਚੇਤੇ ਰੱਖ। ਜਿਹੜੇ ਸੌਂਦੇ ਇਹਨਾਂ ਨੂੰ ਖੜਿਆ ਕਰ ਦਿਓ, ਆ ਮਰੀਜ਼ ਨੂੰ ਵੀ ਉਠਾ ਦਿਓ, ਉੜ ਕੇ ਖੜੀ ਹੋ, ਸੋਣਾ ਹੈ ਤਾਂ ਬਿਸਤਰੇ ਜਿਹੜੇ ਚੱਕ ਕੇ ਮਾਰਿਓ ਪਾਸੇ, ਜੇ ਕੋਈ ਤੇ ਲੀੜੇ ਕੱਪੜੇ ਲੈਣਾ ਪਾਸੇ ਕਰ ਦਿਓ, ਕੰਬਲ ਕੁੰਬਲ ਜੀ ਦਰਿੱਦਰ ਨਾਲ ਚੱਕੇ ਹੋਏ ਆ। ਜਿੰਨੇ ਧੌਣ ਸਿੱਟੀ ਨਹੀਂ ਉਹਨੂੰ ਹੀ ਖੜਿਆ ਕਰ ਦੇਣਾ, ਤੇ ਨਹੀਂ ਤਾਂ ਉੱਥੇ ਲੈ ਜਾਓ ਬਾਹਰ। ਹੌਲੀ ਹੌਲੀ ਆਪਾਂ ਸਰੋਵਰ ਬਣਾਵਾਂਗੇ, ਫਿਰ ਤਾਂ ਸਰੋਵਰ 'ਚ ਹੀ ਧੱਕਾ ਦੇ ਦਿਆ ਕਰਾਂਗੇ। ਤੇ ਹੁਣ ਬਾਅਦ ਜਿੱਥੇ ਪਾਣੀ ਪੂਣੀ ਮੀਂਹ ਦਾ ਖੜਾ ਨਾ, ਉਹਦੇ 'ਚ ਜਾ ਕੇ ਸਿੱਟਿਓ। ਸੌਣ ਵਾਲਿਆਂ ਨੂੰ ਉੱਥੇ ਇਸ਼ਨਾਨ ਕਰਾ ਲਿਓ। ਬਾਬਾ ਫਰੀਦ ਜੀ ਦੇ ਡੰਡਾ ਮਾਰਿਆ ਪੁਲਿਸ ਵਾਲਿਆਂ ਨੇ, ਨਾਲੇ ਕਿਹਾ ਚੱਕ ਟੋਕਰੀ। ਫਰੀਦ ਨੂੰ ਆਪਦਾ ਖੁਦਾ ਚੇਤੇ ਆ ਗਿਆ। ਖੁਸ਼ੀ ਬਾਜੋ ਪ੍ਰੀਤਮ ਆਪਣੇ ਵੇਦਨ ਕਹੀਏ ਕਿ ਸਲਾਮ। ਅੱਜ ਡੰਡੇ ਪੈ ਪੈਂਦੇ ਆ, ਅੱਜ ਮਾਰਾਂ ਪਿਆ ਪੈਂਦੀਆਂ। ਤੇਰਾ ਨਾਮ ਜਪਣਾ ਏ, ਤੇਰੀ ਬੰਦਗੀ ਕਰਨੀ ਏ, ਇਹ ਰਾਜੇ ਦੀਆਂ ਟੋਕਰੀਆਂ ਢੋਣੀਆਂ। ਅੱਜ ਤੂੰ ਇੱਥੇ ਲਾਤਾ ਏ। ਇਹ ਕੰਮ ਤਾਂ ਹੋਰ ਵੀ ਬਥੇਰੇ ਸੀ। ਬਾਜੋ ਪ੍ਰੀਤਮ ਆਪਣੇ ਵੇਦਨ ਕੀਏ ਕਿਸਮ। ਤੇਰੇ ਤੋਂ ਬਗੈਰ ਦੁੱਖ ਕਿਹਨੂੰ ਕਹੀਏ, ਇਹ ਦੁੱਖ ਕਾਂ ਸਿਓ ਕਹੀਏ। ਬਾਬਾ ਫਰੀਦ ਜੀ ਕਹਿੰਦੇ ਆਪਦਾ, ਭਗਤ ਰਵਿਦਾਸ ਜੀ ਕਹਿੰਦੇ ਮੈਂ ਆਪਦਾ ਦੁੱਖ ਕਹਿਣਾ, ਦੱਸ ਕਿਹਨੂੰ ਕਵਾਂ ਤੇਰੇ ਤੋਂ ਬਗੈਰ। ਤੇਰੇ ਤੋਂ ਬਗੈਰ ਮੈਂ ਆਪਣੀ ਪੀੜ ਕਿਹਨੂੰ ਕਵਾਂ। ਪਰ ਸੁਣ, ਜਿੰਦੇ ਕਰਕੇ ਤੇਰਾ ਨਾਮ ਜਪਦੇ ਆ, ਉਹ ਤਾਂ ਸਾਨੂੰ ਦੁੱਖ ਅਜੇ ਵੀ ਚੰਬੜੇ ਹੋਏ ਨੇ। ਜਾਂ ਕਾਰਨ ਹਮ ਤੁਮ ਰਾਧੇ ਸੋ ਦੁਖ ਜੂੰ ਸਹੀਏ। ਕਹੇ ਰਵਿਦਾਸ ਭਗਤ ਇੱਕ ਬਾਂਢੀ, ਮੇਰਾ ਪਿਆਰ ਵੱਧ ਗਿਆ ਤੇਰੇ ਨਾਲ, ਮੇਰੀ ਭਗਤੀ ਵੱਧ ਗਈ, ਨਾਮ ਜਪਣਾ ਮੇਰਾ ਵੱਧ ਗਿਆ, ਮੇਰੇ ਵੱਸ ਨਹੀਂ। ਦਿਲ ਕਰਦਾ ਜਪੀ ਜਾਵਾਂ, ਸੇਵਾ ਕਰੀ ਜਾਵਾਂ, ਨਾ ਛੱਡਾਂ। ਪਰ ਆ ਜਿਹੜੇ ਦੁੱਖ ਜੀ ਹੁਣ ਮੈਂ ਦੱਸ ਕਿਹਨੂੰ ਕਵਾਂ ਤੇਰੇ ਤੋਂ ਬਗੈਰ। ਇਹ ਦੁੱਖ ਕਾਸਿਓ ਕਹੀਏ ਕਿ ਜਿਹੜੇ ਕਰਕੇ ਤੈਨੂੰ ਅਸੀਂ ਯਾਦ ਕਰਦੇ ਹਾਂ, ਤੇਰਾ ਨਾਮ ਜਪਦੇ ਹਾਂ, ਉਹ ਮੁਸ਼ਕਲਾਂ ਤਾਂ ਸਿਰ ਤੇ ਖੜੀਆਂ ਨੇ। ਇਹਨਾਂ ਨੂੰ ਦੂਰ ਕਰ ਆਖੋ ਸੀ। ਬਾਬਾ ਫਰੀਦ ਜੀ ਖੁਦਾ ਨੂੰ ਹੋ ਗਏ ਉਧਰ। ਜਦੋਂ ਉਹਨਾਂ ਰੱਖਿਆ ਨਾ ਟੋਕਰਾ ਸਿਰ ਤੇ, ਫਰੀਦਾ ਤੇਰੇ ਮੈਂ ਬੋਝ ਉਤਾਰੇ ਹੋਏ ਨੇ। ਆਖੋ ਤੂੰ ਕਿਉਂ ਟੋਕਰੀਆਂ ਚੱਕੇਂਗਾ, ਤੂੰ ਕਿਉਂ ਟੋਕਰੀਆਂ ਚੱਕੇਂਗਾ ਕੰਮ ਦੀਆਂ। ਮੈਂ ਤੇਰੇ ਬੋਝ ਲਾ ਕੇ ਸਿੱਟੇ ਹੋਏ ਨੇ ਪਾਸੇ। ਜੇ ਤੇਰੇ ਸਿਰ ਤੇ ਟੋਕਰੀ ਕੋਈ ਰੱਖੇਗਾ ਤੇ ਮੈਂ ਚੱਕਾਂਗਾ, ਖੁਦਾ ਕਹਿੰਦਾ। ਆਖੋ ਸੀ ਬਾਬਾ ਫਰੀਦ ਦੇ ਸਿਰ ਤੇ ਭਰ ਕੇ ਟੋਕਰਾ ਰੱਖਦਾ। ਖੁਦਾ ਅੱਲਾਹ ਤਾਲਾ ਨੇ ਕੀਤੇ ਹੱਥ ਤੇ ਟੋਕਰਾ, ਤਾਂ ਫਰੀਦ ਦਾ ਸਿਰ ਥੱਲੇ 2 ਫੁੱਟ 1.5 2 ਫੁੱਟ ਟੋਕਰਾ ਉੱਚਾ ਹੀ ਤੁਰਿਆ ਹੁੰਦਾ। ਆਖੋ ਫਰੀਦਾ ਤੇਰੇ ਬੋਝ ਲਾਇਆ, ਤੂੰ ਕਿਉਂ ਚੱਕੇਂਗਾ ਬੋਝ ਕਿਸੇ ਦੇ। ਤੂੰ ਕਰੇਗਾ ਬੰਦਗੀ ਤੇ ਤੇਰੇ ਸਾਰੇ ਕਾਰਜ ਕਰਾਂਗਾ ਮੈਂ। ਆਖੋ ਸੀ ਉਹਨਾਂ ਨੇ ਟੋਕਰਾ ਚੁਕਾਤਾ ਤੇ ਖੁਦਾ ਨੇ ਕਿਹਾ ਫਰੀਦਾ ਹੁਣ ਕਿਸੇ ਨੂੰ ਪਤਾ ਹੀ ਨਹੀਂ ਤੂੰ ਫਕੀਰ ਹੈ, ਤੂੰ ਆਪਦੀ ਗੋਦੜੀ ਕਿੱਥੇ ਸਿੱਟ ਆਇਆ। ਕਹਿੰਦਾ ਖੁਦਾ ਉਹ ਤਾਂ ਮੈਂ ਬੋਝ ਸਮਝਿਆ ਤੇ ਮੈਂ ਲਾਤੀ। ਕਹਿੰਦੇ ਨਹੀਂ, ਉਹ ਫਕੀਰਾਂ ਦੀ ਪਹਿਚਾਣ ਹੀ। ਕਿਤੇ ਲੋੜ ਵੇਲੇ ਇੱਧਰ ਉੱਧਰ ਉਹ ਸੇਵਾ ਕਰਦੀ ਏ,
ਉਹਨੂੰ ਨਾਲ ਰੱਖਣਾ ਹੈ, ਆਖੋ ਸੀ। ਹੁਣ ਬਾਬਾ ਫਰੀਦ ਜੀ ਦੇ ਪੈਰੀ ਪੈ ਗਿਆ ਰਾਜਾ ਵੀ, ਸਿਪਾਹੀ ਵੀ ਇਹ ਤਾਂ ਕਰਾਮਾਤੀ ਕੋਈ ਖੁਦਾ ਦਾ ਬੰਦਾ ਹੈ, ਖੁਦਾ ਦਾ ਭਗਤ ਹੈ ਭਾਈ, ਇਹਨੂੰ ਟੋਕਰੇ ਨਾ ਚਕਾਓ, ਆਪਾਂ ਮਾਰੇ ਜਾਵਾਂਗੇ। ਖੁਦਾ ਦੇ ਬੰਦਿਆਂ ਦੀ ਸੇਵਾ ਕਰੀ ਦੀ, ਖੁਦਾ ਦੇ ਬੰਦਿਆਂ ਤੋਂ ਕੰਮ ਨਹੀਂ ਕਰਵਾਈ ਦੇ। ਉਹ ਇੱਕੋ ਹੀ ਕੰਮ ਲੱਗੇ ਆ, ਖੁਦਾ ਆਪਣੇ ਦਾ ਨਾਮ ਜਪਦੇ। ਬਾਬਾ ਫਰੀਦ ਜੀ ਨੂੰ ਸਤਿਕਾਰ ਨਾਲ ਛੱਡ ਦਿੱਤਾ, ਨਾਲੇ ਮੰਗੀ ਸਭ ਨੇ ਮਾਫੀ। ਬਾਬਾ ਜੀ ਹੁਣ ਗੋਦੜੀ ਕੋਲ ਆਏ। ਗੋਦੜੀ ਨੇ ਕਿਹਾ ਸੀ, ਜਾ ਫਰੀਦਾ ਹੁਣ ਮੈਨੂੰ ਤੂੰ ਸਿੱਟ ਚੱਲਿਆ ਏ, ਮੈਂ ਤੇਰੀ ਸੇਵਾ ਕਰਦੀ, ਤੇਰੇ ਨਾਲ ਰਹੀ, ਪਰ ਮੇਰੇ ਬਗੈਰ ਤੈਨੂੰ ਪਛਾਣਨਾ ਨਹੀਂ ਕਿਸੇ ਨੇ। ਤੇ ਬਾਬਾ ਜੀ ਨੇ ਆਣ ਕੇ ਗੋਦੜੀ ਸਿੱਟੀ ਸੀ ਝਾੜੀਆਂ ਤੇ ਮਾਰੀ ਸੀ ਚੱਕ ਕੇ, ਆਣ ਕੇ ਫਿਰ ਸੰਭਾਲੀ। ਉੱਥੇ ਹੁਣ ਬਣਿਆ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਕੋਲ। ਇਹ ਮਹਾਂਪੁਰਖਾਂ ਦੀ ਪਹਿਚਾਣ ਹੁੰਦੀ ਹੈ, ਜ਼ਰੂਰਤ ਵੇਲੇ ਇੱਧਰ ਉੱਧਰ ਇੱਕੋ ਹੀ ਰੱਖਦੇ, ਬਹੁਤੇ ਨਹੀਂ ਕੱਪੜਿਆਂ ਦੇ ਢੇਰ। ਰੱਬ ਦਾ ਖੁਦਾ ਦਾ ਨਾਮ ਜਪਣ ਵਾਲੇ ਬੰਦਿਆਂ ਕੋਲ ਸਿਰਫ ਖੁਦਾ ਨਾਲ ਹੀ ਉਹਨਾਂ ਦੀ ਪ੍ਰੀਤ ਹੁੰਦੀ, ਆਪਦਾ ਨਿਤਨੇਮ ਸਿਮਰਨ ਨਹੀਂ ਛੱਡਦੇ। ਕਿੰਨੀਆਂ ਔਖੀਆਂ ਆਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ ਭਾਈ, ਸਾਰੇ ਜਪਜੀ ਸਾਹਿਬ ਦੇ ਪਾਠ ਦੇ ਨਾਲ, ਬਾਣੀ ਦੇ ਨਾਲ ਜੁੜੋ, ਸਾਰੀ ਸੰਗਤ ਆਸਾ ਦੀ ਵਾਰ ਕਰੋ। ਇੱਕ ਆਦਮੀ ਨਿਗਾਹ ਰੱਖੇਗਾ, ਨਿਗਾਹ ਰੱਖਣ ਵਾਲੇ ਨੇ ਆ ਕੇ ਦੱਸਿਆ ਜੀ, ਬੜਾ ਵੱਡਾ ਕਾਫਲਾ, ਦੁਸ਼ਮਣ, ਬੜੀ ਤਰ੍ਹਾਂ ਦੇ ਹਥਿਆਰ, ਡਾਂਗਾ, ਨੇਜੇ, ਕਿਰਪਾਨਾਂ ਲੈ ਕੇ ਬਸ ਤੁਰੇ ਆ ਰਹੇ ਨੇ, ਮਾਰ ਧਾੜ ਕਰਦੇ ਹੋਏ। ਗੁਰੂ ਸਾਹਿਬ ਕਹਿੰਦੇ ਵੀ ਭਾਈ ਦਇਆ ਸਿੰਘ ਜੀ ਕਹਿੰਦੇ, ਮਹਾਰਾਜ ਹੁਣ ਇੱਥੇ ਹੀ ਭੋਗ ਪਾ ਦਿਓ, ਆਖੋ ਸੀ ਇੱਥੇ ਹੀ ਸਮਾਪਤੀ ਕਰ ਦਿਓ, ਆਪਾਂ ਮੁਕਾਬਲਾ ਕਰੀਏ ਜਾਂ ਬਚਾ ਕਰੀਏ, ਅੱਗੇ ਨੂੰ ਤੁਰੀਏ ਜਾਂ ਉਹਨਾਂ ਦਾ ਮੁਕਾਬਲਾ ਕਰੀਏ। ਇਵੇਂ ਤਾਂ ਸਾਰਿਆਂ ਨੂੰ ਮਾਰ ਜਾਣਗੇ। ਗੁਰੂ ਸਾਹਿਬ ਕਹਿੰਦੇ ਭੋਗ ਤਾਂ ਸਮੇਂ ਦੀ ਪਏਗਾ, ਭਾਵੇਂ ਬੇਸ਼ੱਕ ਤਬਾਹੀ ਮੱਚੀ ਪਈ ਏ। ਕਿੰਨੇ ਜਣੇ ਆ ਸਾਰੇ? ਕਹਿੰਦੇ ਜੀ 500 ਜਣੇ ਆਪਾਂ ਹੈਗੇ ਆ ਸਾਰੇ। ਜਿਹੜੀ ਫੌਜਾਂ ਨੇ 500 ਆਪਣੇ ਕੋਲ ਸਾਰੀ। ਗੁਰੂ ਸਾਹਿਬ ਕਹਿੰਦੇ 250 ਇੱਥੇ ਬੈਠੇ ਰਹੋ ਤੇ ਅਜੀਤ ਸਿੰਘ ਨੂੰ ਵੀ ਨਾਲ ਲੈ ਜਾਓ, ਵੱਡੇ ਪੁੱਤਰ ਨੂੰ। ਤੁਸੀਂ ਵੀ ਚਲੇ ਜਾਓ, ਫੌਜਾਂ ਨੂੰ ਭੇਜ ਦਿਓ, ਅਜੀਤ ਸਿੰਘ ਨੂੰ ਵੀ ਭੇਜ ਦਿਓ, ਉਹਨਾਂ ਨੂੰ ਪਿੱਛੇ ਰੋਕਣਾ ਹੈ ਜਿਹੜੀਆਂ ਫੌਜਾਂ ਚੜ੍ਹ ਕੇ ਆ ਰਹੀਆਂ। ਬਾਕੀ ਸਾਰੇ ਬੈਠੋ। ਸਾਰੇ ਆਸਾ ਦੀ ਵਾਰ ਨਾਲ ਜੁੜ ਗਏ, ਕੀਰਤਨ ਨਾਲ ਜੁੜ ਗਏ। ਇੱਧਰ 250 ਸਿੰਘ ਜਾ ਕੇ ਆਪਣੇ ਸ਼ਸਤਰ ਬਸਤਰ ਪੂਰਾ ਚੜ੍ਹ ਕੇ, ਇਹਨਾਂ ਨੇ ਵੀ ਹੱਲਾ ਵਿੱਚ ਮਾਰੀ ਟੱਕਰ। ਉਹਨਾਂ ਦੇ ਮੂੰਹ ਮੋੜੇ। ਕਹਿੰਦੇ ਸਿੰਘ ਬਹੁਤ ਸ਼ਹੀਦ ਹੋ ਗਏ ਜਿੰਨੇ ਵੀ ਗੁਰੂ ਸਾਹਿਬ ਨੇ ਭੇਜੇ, ਪਰ ਕਹਿੰਦੇ ਉਹਨਾਂ ਨੂੰ ਵੀ ਪੂਰਾ ਘੇਰਾ ਪਾ ਲਿਆ, ਸਿੰਘ ਵੀ ਸ਼ਹੀਦ ਹੋ ਗਏ, ਸ਼ਹੀਦੀਆਂ ਪਾ ਗਏ ਉੱਥੇ, ਲੜਦੇ ਲੜਦੇ ਸ਼ਹੀਦ ਹੋ ਗਏ। ਦੁਸ਼ਮਣ ਨੂੰ ਵੀ ਮਾਰਿਆ, ਵੱਢਿਆ, ਰੋਕਿਆ। ਉਹ ਸੀ ਬਹੁਤ ਜ਼ਿਆਦਾ। ਇੱਧਰ ਗੁਰੂ ਸਾਹਿਬ ਨੇ ਆਸਾ ਦੀ ਵਾਰ, ਜਿਹੜੇ ਸਿੰਘ ਬਾਬਾ ਅਜੀਤ ਸਿੰਘ ਜੀ ਜਾਂ ਜਿਹੜੇ ਹੋਰ ਨਾਲ ਸਿੰਘ ਸੂਰਮੇ ਗੁਰੂ ਸਾਹਿਬ ਦੇ ਕੋਲ ਆਏ,
ਇੱਧਰ ਗੁਰੂ ਸਾਹਿਬ ਆਸਾ ਦੀ ਵਾਰ ਦੀ ਸਮਾਪਤੀ ਕਰਕੇ ਪੜ੍ਹ ਰਹੇ ਸੀ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨ ਜਾਏ। ਸਾਰੇ ਪੜ੍ਹੋ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ। ਸਾਈ ਕਾਰ ਕਮਾਵਣੀ ਤੁਰ ਛੋੜੀ ਤਿਨੈ ਪਾਏ। ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ। ਸੋ ਕਰੇ ਜੇ ਤਿਸੇ ਰਜਾਏ। 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 ਸੋ ਸਤਨਾਮ ਸ੍ਰੀ ਵਾਹਿਗੁਰੂ। ਆਖਿਆ ਉਹ ਜੋ ਕਰਦਾ ਹੈ ਜੋ ਉਹਦੀ ਰਜ਼ਾ। ਨਾਲ ਹੀ ਸਿੱਖਾਂ ਨੇ ਆਖਿਆ ਮਹਾਰਾਜ 250 ਸਿੰਘ ਆਪਣਾ ਸ਼ਹੀਦ ਹੋ ਗਿਆ ਯੋਧੇ। ਦੁਸ਼ਮਣ ਨੂੰ ਰੋਕ ਰੱਖਿਆ ਪਿੱਛੇ। ਗੁਰੂ ਸਾਹਿਬ ਕਹਿੰਦੇ ਕੋਈ ਨਹੀਂ, ਜੋ ਹੋਇਆ ਉਹਦੀ ਰਜ਼ਾ ਹੈ। ਜੇ 250 ਆਸਾ ਦੀ ਵਾਰ ਦੇ ਕੀਰਤਨ ਦੇ ਪਾਠ ਦੇ ਲੇਖੇ ਲੱਗ ਗਿਆ ਨਾ, ਕੋਈ ਨਹੀਂ, ਉਹਦੀ ਰਜ਼ਾ ਹੈ। ਅੱਜ ਲਾਂਭਾ ਨਹੀਂ, ਦੋਸ਼ ਨਹੀਂ ਕਿ ਅਸੀਂ ਅੰਮ੍ਰਿਤ ਵੇਲਾ ਸੰਭਾਲਿਆ ਸੀ, ਅਸੀਂ ਆਸਾ ਦੀ ਵਾਰ ਕੀਤੀ ਸੀ, ਸਾਡੀਆਂ ਇੰਨੀਆਂ ਜਾਨਾਂ ਰੁੜ ਗਈਆਂ, ਇੰਨਾ ਮਾਲ ਰੁੜ ਗਿਆ ਸਾਡਾ ਕੀਰਤਨ ਪਿੱਛੇ, ਗੁਰੂ ਘਰ ਵੱਲ ਜਾਣ ਪਿੱਛੇ ਇੰਨੇ ਨੁਕਸਾਨ। ਕਹਿੰਦੇ ਨਹੀਂ, ਕਲਗੀਆਂ ਵਾਲੇ ਕਹਿੰਦੇ ਸੋ ਕਰੇ ਜੇ ਤਿਸੇ ਰਜਾਏ। ਉਹ ਜਿਹੜੀਆਂ ਕਰਦਾ ਹੈ ਉਹਦੀ ਰਜਾ, ਉਹਦੀ ਰਜਾ ਹੈ, ਉਹਦੀ ਮਰਜ਼ੀ। ਕਹਿੰਦੇ ਮਹਾਰਾਜ ਤੁਸੀਂ ਬੇਨਤੀ ਮੰਨ ਲੈਂਦੇ। ਅੱਜ ਅਸੀਂ ਕਦੀ ਨਹੀਂ ਕਿਹਾ। ਜਦੋਂ ਤੁਸੀਂ ਕਿਹਾ ਅਸੀਂ ਪਾਠ ਸੇਵਾ ਸਿਮਰਨ ਵਿੱਚ ਲੱਗ ਗਏ ਹਾਂ। ਭਾਵੇਂ ਰੋਟੀ ਮਿਲੀ ਨਾ ਮਿਲੀ, ਖਾਣ ਨੂੰ ਮਿਲਿਆ ਨਾ ਮਿਲਿਆ, ਦੁਸ਼ਮਣ ਚਾਰੇ ਪਾਸੇ ਘੇਰਿਆ ਤੇ ਘੇਰਿਆ ਸੀ, ਅਸੀਂ ਤੁਹਾਡਾ ਬਚਨ ਨਹੀਂ ਕਦੀ ਮੋੜਿਆ। ਪਰ ਅੱਜ ਮਹਾਰਾਜ ਦੁਸ਼ਮਣ ਹੀ ਦੁਸ਼ਮਣ ਆ ਗਿਆ ਸੀ ਤੇ ਅੱਜ ਤੁਸੀਂ ਰਹਿਣ ਦਿੰਦੇ। ਇਹ ਜੇ ਆਸਾ ਦੀ ਵਾਰ ਰਹਿਣ ਦਿੰਦੇ, ਕਿਸੇ ਹੋਰ ਵੇਲੇ ਅੱਗੇ ਜਾ ਕੇ ਕਰ ਲੈਂਦੇ। ਕਹਿੰਦੇ ਨਹੀਂ ਭਾਈ, ਵੇਲਾ ਹੁੰਦਾ ਸਮਾਂ, ਸਮੇਂ ਦੀ ਨਵੇਂ ਨਿਵਾਜ। ਇੱਕ ਵੇਲੇ ਦੀਆਂ ਤਾਂ ਟੱਕਰਾਂ ਨੇ, ਬਾਅਦ 'ਚ ਆਪਾਂ ਟੱਕਰਾਂ ਮਾਰਨੀਆਂ ਸੀ। ਇਹ ਹੋਇਆ ਉਹਦੀ ਰਜਾ 'ਚ ਹੋਇਆ। ਕਹਿੰਦੇ ਵੀ ਜੇ ਆਪਾਂ ਸਾਰੇ ਵੀ ਸ਼ਹੀਦ ਹੋ ਜਾਂਦੇ ਨਾ ਦਇਆ ਸਿਆਂ, ਤੇ ਕੋਈ ਇਹ ਮਹਿੰਗਾ ਨਹੀਂ ਸੀ ਸੌਦਾ। ਸਾਰੇ ਆਪਾਂ ਸ਼ਹੀਦ ਹੋ ਜਾਂਦੇ ਆਸਾ ਦੀ ਵਾਰ ਦੇ ਅੰਮ੍ਰਿਤ ਵੇਲੇ ਪਿੱਛੇ, ਤੇ ਫਿਰ ਵੀ ਕੋਈ ਐਸੀ ਗੱਲ ਨਹੀਂ ਸੀ। ਜੇ ਸਿੰਘ ਸ਼ਹੀਦ ਹੋ ਗਿਆ ਉਹਦੀ ਰਜਾ ਵਿੱਚ ਹੋਇਆ। ਇਹ ਆ ਗੁਰੂ ਸਾਹਿਬ ਦਾ ਸੁਨੇਹਾ ਕਿ ਔਖੀਆਂ ਨੇ ਸੌਖੀਆਂ ਨੇ, ਤੰਗੀਆਂ ਨੇ ਫੰਗੀਆਂ ਨੇ, ਰੋਟੀ ਮਿਲਦੀ ਨਹੀਂ ਮਿਲਦੀ, ਆਰਾਮ ਮਿਲਦਾ ਨਹੀਂ ਮਿਲਦਾ, ਪਰ ਆਪਦਾ ਸਮਾਂ ਨਾ ਛੱਡੋ। ਪਾਠ ਪੂਜਾ ਸਿਮਰਨ ਦਾ, ਨਾਮ ਜਪਣ ਦਾ ਸਮਾਂ ਨਾ ਛੱਡੋ। ਜਿੰਨਾ ਸ਼ੁੱਧ ਪਵਿੱਤਰ ਹੋ ਕੇ ਜਪੋਗੇ ਉਨੀ ਸ਼ੁੱਧ ਪਵਿੱਤਰ ਦਾਤ ਮਿਲ ਜੇਗੀ। ਜਿੰਨੀ ਢਿੱਲ ਮੱਠ ਨਾਲ ਨਾ ਨਹਾਵੋਗੇ ਨਾ ਧੋਵੋਗੇ, ਪਾਠ ਪੂਜਾ ਕਰੋਗੇ, ਫਿਰ ਉਹੋ ਜਿਹੀ ਮਿਲ ਜੇਗੀ। ਜੇ ਆ ਕੇ ਸੁੱਤੇ ਰਹੋਗੇ ਤੇ ਰੱਬ ਵੀ ਸੁੱਤਾ ਰਹੇਗਾ, ਨਹੀਂ ਤੁਹਾਡੀਆਂ ਸੁਣੇਗਾ। ਜੇ ਇੱਧਰ ਉੱਧਰ ਸੁੱਤੇ ਰਹੋਗੇ, ਸੰਗਤ 'ਚੋਂ ਨਹੀਂ ਆਓਗੇ, ਤੇ ਉਹ ਵੀ ਸੁੱਤਾ ਰਹੇਗਾ, ਤੁਹਾਨੂੰ ਨਹੀਂ ਪੁੱਛੇਗਾ। ਕਹੋਗੇ ਰੱਬ ਕਿੱਥੇ ਸੌਂ ਗਿਆ ਜਾ ਕੇ, ਜਿਵੇਂ ਤੂੰ ਸੌਣਾ ਹੈ ਉਵੇਂ ਉਹ ਸੌਂ ਗਿਆ। ਇਸ ਕਰਕੇ ਜਾਗ ਕੇ ਭਗਤੀ ਸਿਮਰਨ ਕਰ। ਅਵਰ ਨਾ ਕੋਈ ਦੂਜਾ ਸੂਝੇ, ਸਾਚੇ ਅਲਖ ਪੇਵਾ। ਅੱਗੇ ਚੀਤਾ ਚੀਤ ਆਵੇ ਤਾਂ ਸਦਾ ਦਿਆਲਾ, ਲੋਗਨ ਕਿਆ ਵਿਚਾਰੀ। ਤੂੰ ਸਾਡੇ ਚਿੱਤ ਵਿੱਚ ਆਵੇਂ ਤੇ ਤੇਰੀ ਸਦਾ ਹੀ ਮਿਹਰ ਹੈ। ਲੋਕੀ ਕੀ ਚੀਜ਼ ਨੇ, ਤੂੰ ਸਾਡੇ ਨਾਲ ਹੈ
ਤੇਰੀਆਂ ਰਹਿਮਤਾਂ ਸਾਡੇ ਸਿਰ ਤੇ ਨੇ ਤੇ ਸਦਾ ਹੀ ਸਾਡੇ ਤੇ ਮਿਹਰ ਹੈ, ਸਦਾ ਹੀ ਕਿਰਪਾ ਹੈ। ਲੋਕੀ ਕੀ ਚੀਜ਼ ਨੇ, ਲੋਕ ਕਾਹਦੇ ਵਿਚਾਰੇ, ਉਹ ਕੀ। ਹਾਂਜੀ। ਬੁਰਾ ਭਲਾ ਕਹੋ ਕਿਸਨੋ ਕਹੀਐ, ਸਗਲੇ ਜੀ ਤੁਮਾਰੇ। ਸਾਰੇ ਜੀ ਤੁਮਾਰੇ ਨੇ, ਅਸੀਂ ਕਾਹਦਾ ਬੁਰਾ ਭਲਾ ਕਹਿਣਾ ਹੈ। ਕੋਈ ਕੁਝ ਕਰਦਾ, ਕੋਈ ਕਰਦਾ, ਤੇਰੇ ਹੀ ਬੰਦੇ ਨੇ ਸਾਰੇ। ਤੇਰੀ ਟੇਕ ਤੇਰਾ ਆਧਾਰਾ, ਹਾਥ ਦੇ ਤੂੰ ਰੱਖੈ। ਤੇਰੀ ਟੇਕ ਹੈ, ਤੇਰਾ ਹੀ ਆਸਰਾ ਹੈ, ਹੱਥ ਦੇ ਕੇ ਤੂੰ ਆਪ ਹੀ ਰੱਖਦਾ ਹੈ। ਜਿਸ ਜਨ ਉਪਰ ਤੇਰੀ ਕਿਰਪਾ, ਤਿਸ ਕੋ ਵਿਪਨਾ ਕੋ ਭਾਖੈ। ਜਿਹਦੇ ਤੇ ਤੇਰੀ ਕਿਰਪਾ ਨੂੰ ਕੋਈ ਨਹੀਂ ਮੁਸੀਬਤ ਪੈਂਦੀ, ਕੋਈ ਦੁੱਖ ਨਹੀਂ ਪੈਂਦਾ। ਓਹੋ ਸੁਖ ਓਹਾ ਵਡਿਆਈ, ਜੋ ਪ੍ਰਭ ਜੀ ਮਨ ਭਾਣੀ। ਇਹ ਮੇਰੇ ਵਾਹਿਗੁਰੂ ਉਹੋ ਹੀ ਸੁੱਖ ਹੈ, ਉਹੋ ਹੀ ਵਡਿਆਈਆਂ ਜਿਹੜੀਆਂ ਤੈਨੂੰ ਪਾਉਂਦੀਆਂ ਨੇ। ਬਾਕੀ ਕਾਹਦੇ ਸੁੱਖ ਨੇ, ਕਾਹਦੀਆਂ ਵਡਿਆਈਆਂ ਨੇ। ਤੂੰ ਦਾਨਾ ਤੂੰ ਸਦ ਮਿਹਰਬਾਨਾ, ਨਾਮ ਮਿਲੈ ਰੰਗ ਮਾਣੀ। ਤੂੰ ਦਾਤਾ ਦੇਣ ਵਾਲਾ ਹੈ, ਤੂੰ ਹੀ ਸਦਾ ਮਿਹਰਬਾਨ ਹੈ। ਜੇ ਨਾਮ ਮਿਲੇਗਾ ਤੇ ਅਸੀਂ ਆਨੰਦ ਕਰਾਂਗੇ, ਨਾਮ ਤੋਂ ਬਗੈਰ ਕਾਹਦੇ ਆਨੰਦ ਕਰਾਂਗੇ। ਨਾਮ ਤੋਂ ਬਗੈਰ ਗੰਦ ਦੇ ਟੋਕਰੇ ਚੱਕੀ ਫਿਰਾਂਗੇ, ਨਾਮ ਤੋਂ ਬਗੈਰ ਬੋਝ ਚੱਕੀ ਫਿਰਾਂਗੇ, ਨਾਮ ਤੋਂ ਬਗੈਰ ਧੰਦੇ ਕਰਦੇ ਫਿਰਾਂਗੇ, ਨਾਮ ਤੋਂ ਬਗੈਰ ਲੋਕਾਂ ਵਾਂਗੂ ਮਰਾਂਗੇ, ਘਾਟੇ ਖਾਵਾਂਗੇ। ਤੇਰਾ ਨਾਮ ਮਿਲੇ ਤੇ ਰੰਗ ਨੇ, ਆਨੰਦ ਨੇ, ਨਹੀਂ ਤੇਰਾ ਨਾਮ ਤੇ ਕੱਖ ਵੀ ਨਹੀਂ। ਅੱਗੇ ਜੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਤੇਰੇ ਚਰਨਾਂ 'ਚ ਮੇਰੀ ਅਰਦਾਸ ਹੈ, ਮੇਰੀ ਜਾਨ, ਮੇਰਾ ਘਰ-ਬਾਰ, ਮੇਰਾ ਪਿੰਡ, ਸਭ ਕੁਝ ਹੀ ਤੇਰਾ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ। ਸਾਰੀਆਂ ਤੇਰੀਆਂ ਵਡਿਆਈਆਂ, ਸਾਨੂੰ ਕੌਣ ਜਾਣਦਾ ਹੈ। ਸਭ ਕੁਝ ਤੂੰ ਹੀ ਕਰ ਕਰਾ ਰਿਹਾ, ਸਾਨੂੰ ਕੌਣ ਜਾਣਦਾ। ਸਾਡਾ ਕੀ ਨਾਂ ਹੈ, ਸਾਡੀ ਕੀ ਔਕਾਤ ਹੈ, ਸਾਡੀ ਕੀ ਭੁਗਤ ਹੈ। ਸਭ ਕੁਝ ਤੇਰਾ ਹੀ ਹੈ ਮੇਰੇ ਵਾਹਿਗੁਰੂ। ਹੁਣ ਅੰਮ੍ਰਿਤ ਵੇਲਾ ਹੈ, ਪਾਠ ਦਾ ਸਮਾਂ ਹੈ। ਤੇ ਹੁਕਮਨਾਮਾ ਸਰਵਣ ਕਰੋ, ਉਸ ਤੋਂ ਉਪਰੰਤ ਪਾਠ ਹੋਏਗਾ, ਫਿਰ ਆਸਾ ਦੀ ਵਾਰ ਦੇ ਕੀਰਤਨ ਹੋਣਗੇ। ਗੁਰੂ ਸਾਹਿਬ ਦਾ ਹੁਕਮ ਹੈ, ਇਹ ਨਿਤਨੇਮ ਸਿਮਰਨ ਚੁਸਤ ਫੁਰਤ ਹੋ ਕੇ। ਇਸ਼ਨਾਨ ਨਹੀਂ, ਤੁਸੀਂ ਪਾਣੀ ਨਹੀਂ ਹੈਗਾ, ਕਹੋ ਵੀ ਇਸ਼ਨਾਨ ਨਹੀਂ ਕਰਨਾ, ਨਹੀਂ, ਗਲਾਸ ਪਾਣੀ ਨਾਲ ਵੀ ਇਸ਼ਨਾਨ ਕਰ ਲਈਦਾ। ਅਸੀਂ ਕਈ ਵਾਰੀ ਇੱਕ ਬੋਤਲ ਹੈ ਨਾ ਸਾਡੇ ਕੋਲ ਪਾਣੀ ਦੀ ਸਫਰ 'ਚ, ਅੱਧੀ ਕੁ ਪੀਣ ਵਾਸਤੇ ਰੱਖ ਕੇ ਅਸੀਂ ਅੱਧੀ ਨਾਲ ਵੀ ਇਸ਼ਨਾਨ ਕਰ ਲਈਦਾ। ਅੱਧੀ ਬੋਤਲ ਨਾਲ ਤੌਲੀਆ ਗਿੱਲਾ ਕਰਕੇ, ਸਾਰੇ ਮੂੰਹ 'ਤੇ ਮਾਰ ਕੇ, ਸਾਰੇ ਸਰੀਰ 'ਤੇ ਮਾਰ ਕੇ, ਬਸ ਬਸਤਰ ਬਦਲ ਲਏ, ਕੱਪੜੇ ਬਦਲ ਲਏ, ਤੇ ਸਾਰੇ ਸਰੀਰ 'ਤੇ ਤੌਲੀਆ ਮਾਰ ਕੇ ਬਸ ਅੱਧੀ ਬੋਤਲ ਨਾਲ ਇਸ਼ਨਾਨ। ਰੇਲ ਵਿੱਚ ਇੱਧਰ ਉੱਧਰ, ਕਈ ਵਾਰੀ ਗੱਡੀ ਕਾਰ 'ਚ ਬੈਠੇ ਬੈਠੇ ਕਰ ਲਈਦਾ, ਸੀਟ 'ਤੇ ਹੀ ਬੈਠੇ ਬੈਠੇ ਇਸ਼ਨਾਨ। ਅੱਧੀ ਕੁ ਬਾਕੀ ਪਾਣੀ ਪੂਣੀ ਅੱਧਾ ਕੁ ਪੀਣ ਵਾਸਤੇ ਰੱਖ ਲਈਦਾ। ਥੋੜਾ ਵੀ ਪਾਣੀ ਹੈ ਨਾ, ਨਹੀਂ ਕੋਈ ਪਾਣੀ ਇਸ਼ਨਾਨ, ਨਹੀਂ ਕੋਈ ਵਿਧ ਬਣਦੀ, ਤੇ ਗਿੱਲਾ ਕੱਪੜਾ ਸਰੀਰ 'ਤੇ ਮਾਰ ਲਓ, ਪਰ ਇਸ਼ਨਾਨ ਕਰਕੇ ਗੁਰੂ ਦੇ ਚਰਨਾਂ 'ਚ ਬੈਠੋ। ਇਸ਼ਨਾਨ ਕਰਕੇ ਆਣ ਕੇ ਨਾਮ ਜਪੋ, ਬਾਣੀ ਪੜ੍ਹੋ। ਜਦੋਂ ਟਾਈਮ ਲੱਗਦਾ ਰਾਤ ਨੂੰ, ਉਦੋਂ ਹੀ ਕਰ ਲਓ ਇਸ਼ਨਾਨ। ਫਿਰ ਅੰਮ੍ਰਿਤ ਵੇਲੇ ਦੇ ਸੁਖਮਨੀ ਦੇ ਪਾਠ ਤੇ ਆਸਾ ਦੀ ਵਾਰ ਦੇ ਕੀਰਤਨ, ਬਿਨਾਂ ਇਸ਼ਨਾਨ ਤੋਂ ਨਹੀਂ ਭੱਜ ਭੱਜ ਕੇ ਆਉਣਾ। ਹੁਣ ਸੁਣੋ ਹੁਕਮਨਾਮਾ, ਤੇ ਫਿਰ ਸੁਖਮਨੀ ਸਾਹਿਬ ਦੇ ਪਾਠ ਕਰਨੇ ਸਾਰੀ ਸੰਗਤ ਨੇ। ਤੇ ਮਾਲਾ ਰੋਜ਼ ਦੀਆਂ ਰੋਜ਼ ਮਾਈਆਂ ਦੀਆਂ ਬਾਈਆਂ ਲਿਖਿਆ। ਸਤਿਨਾਮ